एक ओंकार सतनाम करता पुरख निरभउ निर्वैर अकाल मूर्त अजूनी सैभं गुर प्रसाद। धन धन गुरु ग्रंथ साहब जी महाराज, धन गुरु गोबिंद सिंह साहिब सच्चे बादशाह। भूल छिमो हमरी प्रभापन पूलनहार कहाँ को मोसो, हवाई बंदगी आवर दरवयूद मरा, वगरने जौके चुनी आमदैन नमूद मरा। वाहिगुरु जी का खालसा, वाहिगुरु जी की फतेह। असी अज सुखमनी साहब की बाणी की आरंभता करनी है। दक्षिणी ओमकार ओंकारेश्वर विच उचारी बाणी ओमकार की बाणी असी पिछले हफ्ते समाप्त की है महाराज। 52 अखरी तो बाद गुरु अर्जन साहिब दी सुखमनी साहब दी बाणी अपने आप विच बड़ी प्रचलित है। सिख पंथ कौम विच सुखमनी सेवा सोसाइटी सुखमनी साहब दे पाठ करांदी है। गुरु अर्जन साहब महाराज ने यह बाणी रामसर सरोवर ते लिखी, उचारी दर्ज की। भाई गुरदास नाल सीगे। अमृतसर साहिब विच 5 सरोवर ने, विवेकसर, संतोखसर, कौलसर, रामसर और अमृतसर। साहिब ने जदों रामसर सरोवर ते बाणी उचारी उस वेले उत्थे जंगलात सी, बड़ा जंगल सी, हरियाली सी। गुरु अर्जन साहब हजूर दा प्रकाश गोविंदवाल साहब च होया। गुरु अमरदास महाराज नाना सन। छोटी उम्र विच महाराज ने यह बचन उचारे गुरु अर्जन साहब बारे। दोहे था बाणी का बोहे था, और वही गल सच हुई महाराज। गुरु का बचन कदे खाली नहीं जाता है। गुरु पूर्ण है, गुरु समर्थ है, गुरु निरंकार दे ध्यान विच जींदा है महाराज। इस करके गुरु हजूरी विच है, सदा हाजिर है, समाया होया है उस निरंकार दे सृष्टि विच। जदों गुरु का ध्यान असी करिए, जे साडे कोल ध्यान पक्या होए और असी ध्यान की विधि जानते होइए, तो भगत कबीर कहते हैं कि हाजिर दिखता है। फिर इमेजिनेशन नहीं है, मैनू फेथ नहीं रखना पैंदा। महाराज कहते वो टुकदम करारी जो करो हाजिर हजूर खुदाए। गुरु ने सिख नूं उपदेश किया है, आदेश किया है खोजण लई। यह उपदेश महाराज ने सानू बाणी नाल क्यों जोड़ते हैं? बाणी गुरु, गुरु है बाणी, बिच बाणी अमृत सारे। दरअसल असी सब हौमे दे जीवन विच विचरदे हां। हौमे इहो हुक्म है पई ये किरत फिराए। जदों असी जन्म लैंदे हां तां हौमे विच ही जन्म लैंदे हां। साडी लिव छुटदी है निरंकार तो। अगर इस हौमे दे विच दम होए, इहदे विच एबिलिटी होए, अपने आप निरंकार नूं जान ले,
ਤਾਂ ਫਿਰ ਇਹ ਹਉਮੈ ਦੇ ਅਧੀਨ ਹੈ ਨਿਰੰਕਾਰ। ਆਪ ਇਸ ਗੱਲ ਨੂੰ ਸਮਝਣਾ, ਜੇ ਮੇਰੇ ਕਰਨ ਤੋਂ ਨਿਰੰਕਾਰ ਨਾਲ ਮਿਲਨ ਹੁੰਦਾ ਹੈ ਤਾਂ ਫਿਰ ਉਹ ਮੇਰੇ ਅਧੀਨ ਹੈ, ਇਸ ਹਉਮੈ ਦੇ ਅਧੀਨ ਹੈ। ਜਦ ਕਿ ਹਉਮੈ ਉਸ ਨਿਰੰਕਾਰ ਦਾ ਹੁਕਮ ਹੈ ਜਿਹਦੇ ਨਾਲ ਦੁਨੀਆ ਬਣੀ ਹੈ, ਸ੍ਰਿਸ਼ਟੀ ਚੱਲਦੀ ਹੈ, ਉਹਦਾ ਖੇਲ ਚੱਲਦਾ ਹੈ ਸਾਰਾ। ਅਸੀਂ ਸਾਰੇ ਉਸ ਹਉਮੈ ਦੇ ਵਿੱਚ ਵਿਚਰਦੇ ਹਾਂ, ਇਸ ਕਰਕੇ ਜੀਵਨ ਚੱਲਦਾ ਹੈ। ਔਰ ਇਹੀ ਸਾਡਾ ਰੋਗ ਬਣ ਜਾਂਦਾ ਹੈ ਅਗਰ ਅਸੀਂ ਇਸ ਹਉਮੈ ਦੇ ਪਾਰ ਨਹੀਂ ਜਾ ਪਾਉਂਦੇ। ਪਰ ਇਸ ਹਉਮੈ ਦੇ ਪਾਰ ਅਸੀਂ ਆਪ ਨਹੀਂ ਜਾ ਪਾਵਾਂਗੇ। ਅਗਰ ਮੈਂ ਆਪ ਆਪਣੀ ਹਉਮੈ ਦੇ ਪਾਰ ਜਾ ਪਾਉਂਦਾ ਤਾਂ ਫਿਰ ਨਿਰੰਕਾਰ ਦਾ ਮਿਲਣ ਮੇਰੇ ਅਧੀਨ ਹੈ, ਮੇਰੇ ਕਰਨ ਤੇ ਹੋ ਜਾਂਦਾ ਹੈ। ਮੇਰੇ ਕਰਨ ਨਾਲ ਨਿਰੰਕਾਰ ਦਾ ਮਿਲਣ ਨਹੀਂ ਹੋਏਗਾ। ਨਿਰੰਕਾਰ ਦਾ ਮਿਲਣ ਗੁਰ ਪ੍ਰਸਾਦ ਨਾਲ ਹੋਏਗਾ। ਅਸੀਂ ਜਪਜੀ ਸਾਹਿਬ ਵਿਚਾਰਦੇ ਹਾਂ, ਮੈਨੂੰ ਲੱਗਦਾ ਹੈ ਗੁਰ ਪ੍ਰਸਾਦ ਵਰਗਾ ਡੂੰਘਾ ਸ਼ਬਦ ਸ਼ਾਇਦ ਹੀ ਹੋਰ ਕੋਈ ਹੈ। ਜੇ ਮੈਨੂੰ ਇੱਕ ਗੱਲ ਸਮਝ ਆ ਜਾਏ ਕਿ ਮੈਨੂੰ ਗੁਰੂ ਦੇ ਪ੍ਰਸਾਦ ਨਾਲ ਹੀ ਸਭ ਕੁਝ ਮਿਲਣਾ ਹੈ ਜੋ ਮੁੱਲਵਾਨ ਹੈ ਦੁਨੀਆ ਵਿੱਚ, ਤਾਂ ਮੈਨੂੰ ਗੁਰੂ ਸਮਝ ਆ ਜਾਏਗਾ ਗੁਰੂ ਕੌਣ ਹੈ। ਵਿਛੜਿਆਂ ਨੂੰ ਮਿਲਦਾ ਹੈ ਗੁਰੂ, ਭਟਕੇ ਹੋਏ ਲੋਕਾਂ ਨੂੰ ਵਿਸਰਾਮ ਵਿੱਚ ਲਿਜਾਂਦਾ ਹੈ। ਇੱਕ ਰਾਹ ਦੱਸਦਾ ਹੈ ਉਸ ਨਿਰੰਕਾਰ ਨਾਲ ਮਿਲਣ ਦਾ ਜਿਸ ਨੇ ਸਾਨੂੰ ਬਣਾਇਆ ਹੈ। ਆਪਣੇ ਸੋਰਸ ਨਾਲ ਕਨੈਕਟ ਕਰਨ ਦਾ ਰਾਹ ਦੱਸਦਾ ਹੈ ਮਹਾਰਾਜ। ਗੁਰੂ ਅਰਜਨ ਸਾਹਿਬ ਮਹਾਰਾਜ ਬਾਰੇ ਪੱਠਾਂ ਦੀ ਬਾਣੀ ਵਿੱਚ ਬਹੁਤ ਪਿਆਰੇ ਸ਼ਬਦ ਵਰਤੇ ਹਨ। ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਤੈ ਜਨਮਤ, ਜਨਮ ਤੋਂ। ਗੁਰੂ ਅਰਜਨ ਸਾਹਿਬ ਮਹਾਰਾਜ ਜਨਮ ਤੋਂ ਬ੍ਰਹਮ ਨੂੰ ਜਾਣਦੇ ਹਨ। ਬ੍ਰਹਮ ਗਿਆਨ ਅਵਸਥਾ ਵਿੱਚ ਜਨਮ ਲਿਆ ਹੈ। ਇਹ ਕਲ ਨਾਮ ਦਾ ਪੱਠ ਹੈ ਜਿਹਦੀ ਹੈ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ 'ਚ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਾਣੀ ਦਾ ਜਿਹੜਾ ਬਹੁਤ ਚਲਾਇਆ, ਇੱਕ ਜਹਾਜ਼ ਖੜਾ ਕਰ ਦਿੱਤਾ ਹੈ ਸਾਡੇ ਲਈ। ਇਹਦੇ ਵਿੱਚ ਸੂਖਮ ਤਰੀਕੇ ਨਾਲ ਵਿਚਾਰਿਆ ਜਾਏ ਤਾਂ ਜਿਹੜੇ ਪ੍ਰਸ਼ਨ ਅਸੀਂ ਰੋਜ਼ ਪੁੱਛਦੇ ਹਾਂ, ਮੇਰਾ ਮਨ ਕਿਉਂ ਭਟਕਦਾ ਹੈ, ਮੈਂ ਅਭਿਆਸ ਕਿਵੇਂ ਕਰਾਂ, ਕਿਸ ਤਰ੍ਹਾਂ ਬੈਠਾਂ, ਕਿਵੇਂ ਧਿਆਨ ਲਗਾਵਾਂ, ਇਹ ਸਭ ਸ਼ਬਦ ਵਿੱਚ ਛਿਪਿਆ ਹੈ। ਬਟ ਸਾਨੂੰ ਉਸ ਨੂੰ ਵਿਚਾਰਨਾ ਪੈਣਾ ਹੈ, ਸਾਨੂੰ ਉਹਦੇ ਦਰਸ਼ਨ ਕਰਨੇ ਪੈਣੇ ਹਨ। ਬਾਣੀ ਦਾ ਇਹ ਰੋਲ ਹੈ, ਗੁਰੂ ਦਾ ਇਹ ਰੋਲ ਹੈ ਕਿ ਉਹ ਸਾਨੂੰ ਹਉਮੈ ਦੇ ਜੀਵਨ ਤੋਂ ਪਾਰ ਇੱਕ ਨਵੇਂ ਜੀਵਨ ਦੇ ਦਰਸ਼ਨ ਕਰਾਉਂਦਾ ਹੈ। ਉਹਦੇ ਵਿੱਚ ਕੁਝ ਲੱਛਣ ਹਨ ਮਹਾਰਾਜ। ਇੱਕ ਤੇ ਭਟਕਣਾ ਖਤਮ ਹੁੰਦੀ ਹੈ। ਸਤਿਗੁਰ ਕੇ ਜਨਮੇ ਗਮਨ ਮਿਟਾਇਆ, ਇੱਕ ਨਵਾਂ ਜੀਵਨ ਮਿਲਦਾ ਹੈ। ਇਹ ਜੀਵਨ ਸਰੀਰ ਦਾ ਹੈ ਹਜੂਰ। ਕਿਸੇ ਵੀ ਦਿਨ, ਕਿਸੇ ਵੀ ਸਮੇਂ ਹਮ ਆਤਮੀ ਹਾਂ ਇੱਕਦਮੀ, ਮਹਾਰਾਜ ਕਹਿੰਦੇ ਹਨ। ਕਿਸੇ ਵੀ ਸਮੇਂ ਇਹ ਜਨਮ ਸਾਡੇ ਤੋਂ ਲੈ ਲਿਆ ਜਾ ਸਕਦਾ ਹੈ। ਕਰਮਾਂ ਅਨੁਸਾਰ ਹੈ, ਜਨਮਾਂ ਦਾ ਸਵਾਸ ਮਿਲਦਾ ਹੈ। ਪਰ ਜਪਜੀ ਸਾਹਿਬ ਵਿੱਚ ਮਹਾਰਾਜ ਨੇ ਇੱਕ ਹੋਰ ਅਵਸਥਾ ਦੱਸੀ ਹੈ ਜੀਵਨ ਦੀ, ਜਿਸ ਨੂੰ ਨਦਰ ਦਾ ਜੀਵਨ ਕਿਹਾ ਹੈ। ਔਰ ਉਸ ਨਦਰ ਦਾ ਜੀਵਨ ਸਾਡੇ ਅੰਤःਕਰਨ ਵਿੱਚ ਗੁਰੂ ਨਾਲ ਜੁੜਨ ਤੋਂ ਮਿਲਦਾ ਹੈ। ਨਦਰੀ ਨਦਰ ਨਿਹਾਲ, ਇਹ ਕਰਮ ਦਾ ਜੀਵਨ ਹੈ ਜੋ ਅਸੀਂ ਜੀਂਦੇ ਹਾਂ, ਹਉਮੈ ਦੇ ਵਿੱਚ ਹੈ। ਜੋ ਕੁਝ ਵੀ ਮੈਂ ਕਰਦਾ ਹਾਂ, ਚੰਗਾ ਜਾਂ ਮਾੜਾ, ਉਹਦੀ ਜਵਾਬਦਾਰੀ ਮੈਨੂੰ ਹੀ ਹੈ, ਮੈਨੂੰ ਜਵਾਬ ਦੇਣਾ ਪੈਂਦਾ ਉਹਦਾ। ਇਸ ਕਰਕੇ
पुन्नी पापी आखण नाहे, कर कर करना लिख ले जाओ। आपे बीज आपे ही खाओ, नानक हुक्मी आवो जाओ। यह कर्म दे जीवन विच अगर मैं चलांगा तो कोई अंत नहीं है, कितना भटकांगा, भटकदा ही रवांगा। लेखा कतहू न छूटिए, हम खिन खिन भुलनहार। ਜਿਹੜਾ ਲੇਖਾ ਮੇਰੇ ਮਨ ਵਿੱਚ ਲਿਖਿਆ ਜਾ ਰਿਹਾ ਹੈ ਕਰਮਾਂ ਦਾ, ਇਹ ਕਦੇ ਨਹੀਂ ਛੁੱਟੇਗਾ ਮਹਾਰਾਜ। ਔਰ ਇਸ ਜਨਮ ਤੋਂ, ਇਸ ਜੀਵਨ ਚੋਂ ਉਸ ਨਦਰ ਦੇ ਜੀਵਨ ਵਿੱਚ ਜਾਣ ਵਾਸਤੇ ਸਾਨੂੰ ਗੁਰੂ ਦੀ ਲੋੜ ਹੈ। ਮੈਂ ਆਪਣੇ ਆਪ ਨੂੰ ਸੁਧਾਰ ਸਕਦਾ ਹਾਂ, ਕੁਝ ਹੱਦ ਤੱਕ ਸੁਧਾਰ ਸਕਦਾ, ਬਟ ਜਿਹੜੀ ਖੇਤੀ ਦਾ ਧਰਤੀ ਹੈ ਜਿੱਥੇ ਪੌਦਾ ਲੱਗਣਾ ਹੈ ਉਹਨੂੰ ਮਾਲੀ ਤਿਆਰ ਕਰਦਾ ਹੈ। ਇਸੇ ਤਰ੍ਹਾਂ ਮੇਰੇ ਮਨ ਨੂੰ ਸ਼ਬਦ ਤਿਆਰ ਕਰਦਾ ਹੈ ਮਹਾਰਾਜ। ਕੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਜ਼ਰ ਕਰਮ ਤਿਨਕਾਰ। ਇਸ ਸ਼ਬਦ ਨਾਲ ਕਿਸ ਤਰ੍ਹਾਂ ਰਾਬਤਾ ਬਣਾਉਣਾ ਹੈ, ਸੁਖਮਨੀ ਸਾਹਿਬ ਵਿੱਚ ਇਹ ਮਹਾਰਾਜ ਦਰਸ਼ਨ ਕਰਾਉਣਗੇ। ਰਾਮਸਰ ਸਰੋਵਰ ਤੇ ਮਹਾਰਾਜ ਨੇ ਇਹ ਬਾਣੀ ਪ੍ਰਗਟ ਕੀਤੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੋਥੀ ਕਿਹਾ ਉਸ ਵੇਲੇ, ਜਦੋਂ ਮਹਾਰਾਜ ਨੇ ਬਾਣੀ ਕੰਪਾਈਲ ਕੀਤੀਆਂ ਹਨ ਤਾਂ ਆਪ ਪੁੰਜੇ ਸੁਣਦੇ ਸਨ, ਥੱਲੇ ਸੁਣਦੇ ਸਨ, ਮੰਜੇ ਤੇ ਬਾਣੀ ਦਾ ਪ੍ਰਕਾਸ਼ ਹੁੰਦਾ ਸੀ। ਪੋਥੀ ਪਰਮੇਸ਼ਵਰ ਕਾ ਥਾਨ। ਦਰਬਾਰ ਸਾਹਿਬ ਦੇ ਵਿੱਚ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਮਹਾਰਾਜ, ਉੱਥੇ ਕਦੇ ਜੈਕਾਰਾ ਵੀ ਨਹੀਂ ਛੱਡਿਆ ਜਾਂਦਾ, ਕੇਵਲ ਬਾਣੀ ਦਾ ਪ੍ਰਵਾਹ ਹੈ। ਬਾਣੀ ਦੇ ਵਿੱਚ ਕਿਸੇ ਸਿੱਖ ਗੁਰੂ ਦੀ ਹਿਸਟਰੀ ਨਹੀਂ ਹੈ। ਸਾਰੇ ਡਾਕੂਮੈਂਟਸ ਜਿਤਨੇ ਵੀ ਇੰਡੀਅਨ ਮੈਥੋਲੋਜੀ ਦੇ ਬਣੇ ਹਨ ਉਹਨਾਂ ਵਿੱਚ ਇੱਕ ਡਾਇਲੌਗ ਚੱਲਦਾ ਹੈ, ਕੋਈ ਪ੍ਰਸ਼ਨ ਪੁੱਛਦਾ ਹੈ, ਕੋਈ ਇੱਕ ਜਵਾਬ ਦਿੰਦਾ ਹੈ। ਗੀਤਾ ਹੈ, ਰਾਮਾਇਣ ਹੈ, ਉਪਨਿਸ਼ਦ ਹਨ, ਇਹਦੇ ਵਿੱਚ ਸਵਾਲ ਜਵਾਬ ਚੱਲਦੇ ਹਨ। ਗੁਰੂ ਗ੍ਰੰਥ ਸਾਹਿਬ ਜੀ 'ਚ ਵੀ ਸਵਾਲ ਜਵਾਬ ਹਨ, ਪਰ ਪੁੱਛਣ ਵਾਲਾ ਸਿੱਖ ਹੈ ਔਰ ਜਵਾਬ ਗੁਰੂ ਕੋਲ ਹੈ। ਮੈਂ ਕੀ ਪੁੱਛਦਾ ਹਾਂ, ਇਸ ਤੋਂ ਮੇਰਾ ਜੀਵਨ ਡਿਫਾਈਨ ਹੁੰਦਾ ਹੈ। ਮੈਂ ਇਹਨੂੰ ਇਸ ਤਰ੍ਹਾਂ ਸਮਝਦਾ ਹਾਂ ਜਿਵੇਂ ਇੱਕ ਦੁਕਾਨ ਹੈ ਔਰ ਮੈਨੂੰ ਕੁਝ ਸਮਾਂ ਦਿੱਤਾ ਜਾਂਦਾ ਹੈ ਇੱਕ ਵਸਤੂ ਲੈਣ ਲਈ, ਜੋ ਮੈਂ ਮਰਜ਼ੀ ਮੰਗ ਲਵਾਂ। ਉਸ ਦੁਕਾਨ ਵਿੱਚ ਕਈ ਤਰ੍ਹਾਂ ਦੇ ਸਮਾਨ ਹਨ, ਸਮੇਂ ਅਨੁਸਾਰ ਹਨ, ਅਲੱਗ-ਅਲੱਗ ਤਰ੍ਹਾਂ ਦੀ ਮਨ ਨੂੰ ਪਰਚਾਉਣ ਦੀ ਖਿਡੌਣੇ ਹਨ, ਹੋਰ ਸਮਾਨ ਹਨ, ਗੱਡੀਆਂ, ਚਾਕਰ, ਘਰ, ਸਭ ਕੁਝ ਉਸ ਦੁਕਾਨ 'ਚ ਹੈ। ਔਰ ਮੈਨੂੰ ਇੱਕ ਮੌਕਾ ਦਿੱਤਾ ਜਾਂਦਾ ਹੈ ਕਿ ਤੂੰ ਮੰਗ ਕੀ ਮੰਗਦਾ ਹੈ। ਇਹ ਮੌਕਾ ਸਾਡੇ ਸਾਰਿਆਂ ਕੋਲ ਹੈ ਮਹਾਰਾਜ। ਇਹ ਜਿਹੜਾ ਜੀਵਨ ਹੈ ਮੌਕਾ ਹੈ। ਸੁਖਮਨੀ ਸਾਹਿਬ ਵਿੱਚ ਹੀ ਮਹਾਰਾਜ ਦੱਸਦੇ ਨੇ ਕਿ ਜੀਵਨ ਇੱਕ ਮੌਕਾ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਇਹ ਬਰੀਆ ਹੈ ਕਿ ਮੈਥਡ, ਚਾਂਸ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਜਿਹੜਾ ਅਧਿਆਤਮਵਾਦ ਹੈ ਉਹ ਸਦਾ ਤੇ ਸਥਿਰ ਹੈ ਮਹਾਰਾਜ। ਉਹਦੀ ਫਾਊਂਡੇਸ਼ਨ ਟਾਈਮਲੈਸ ਹੈ, ਅਕਾਲ ਹੈ, ਉਹ ਸਮੇਂ ਦੇ ਅਨੁਸਾਰ ਨਹੀਂ ਜਾਪਦੀ ਚੀਜ਼। ਜਿਹੜੀ ਵਸਤੂ ਕੁਝ ਸਮੇਂ 'ਚ ਮੇਰੇ ਤੋਂ ਕੋਈ ਲੈ ਲਏਗਾ, ਅਗਰ ਮੈਂ ਉਸ ਵਸਤੂ ਦੇ ਵਿੱਚ ਹੀ ਰੁੱਝਿਆ ਰਵਾਂਗਾ ਤਾਂ ਫਿਰ ਮੇਰਾ ਜੀਵਨ ਕਾਲ ਦੇ ਵਿੱਚ ਚੱਲੇਗਾ, ਸਮੇਂ ਦੇ ਵਿੱਚ ਚੱਲੇਗਾ। ਮੇਰਾ ਬਿਗਨਿੰਗ ਔਰ ਐਂਡ ਹੋਏਗਾ, ਕਿਉਂਕਿ ਮੇਰੀ ਪਰਸਨੈਲਿਟੀ ਇਹ ਪਰਸੋਨਾ ਹੈ, ਇੱਕ ਉੱਪਰ ਦਾ ਮਖੌਟਾ ਹੈ, ਅਸਲੀਅਤ ਨਹੀਂ ਹੈ। ਇਹ ਬਦਲਦੀ ਹੋਈ ਪਰਸਨੈਲਿਟੀ ਹੈ। ਕਿਵੇਂ ਬੱਚਾ ਸੀ, ਕਿਵੇਂ ਜਵਾਨ ਸੀ, ਕਿਵੇਂ ਕਦੇ ਹੰਕਾਰੀ ਹੈ, ਕਦੇ ਝੁਕ ਜਾਂਦਾ ਹੈ, ਕਦੇ ਪ੍ਰੇਮੀ ਹੈ, ਕਦੇ ਬੈਰੀ ਹੈ। ਸਭ ਤਰ੍ਹਾਂ ਦੇ ਇਮੋਸ਼ਨਸ ਇਹਦੇ ਵਿੱਚ ਵਰਤਦੇ ਹਨ।
इस तरह कैनवस के उत्ते कोई रंग चढ़ाया होए किसी ने, रोज बदलता है, इवें मैं हाँ महाराज, रोज बदलता हाँ मैं। पर जेड़ा कैनवस है, जेड़ा नहीं बदलता, वो की है? मेरे मन की तह ते वो केड़ी अवस्था है महाराज जेड़ी कदे बदलती नहीं है? सतनाम कहा महाराज ने उसने। जो नाम शब्द वरतता है गुरु, सानू राह पांदा है, हौमे तो परे दा जीवन बख्शदा है, सतगुर के जन्म में गमन मिटाया। तो दो कंडीशन तो प्रगट समझ आंदियां हैं नाम दिया महाराज। एक तो मूवमेंट चली जाती है, गमन मिटाया, आवागमन मिट जाता है, थॉट मूवमेंट चली जाती है। उसनों असी इस तरह भी लै सकते हैं कि मरण जन्म मरण तो मुक्त हो जाता है। इस तरह भी लै सकते हैं कि मन थिर हो जाता है, जदों चाहे थिर हो जाता है महाराज। असी दोनों जीवन जींदे हैं। असी हौमे दे जीवन नूं त्यागना नहीं है, छड्ड के चले नहीं जाना है, उन्होंने भी जीना है। उन्होंने जींदे हुए उस जीवन नूं जानना है जिहड़ा हौमे तो परे है। दूसरी गल महाराज, जदों आवागमन मूवमेंट चली जाती है तो एक बड़ी नैचुरल सिचुएशन आती है साडे सामने कि मन विश्राम विच आ जाता है। मन रेस्टफुल हो जाता है। यह सारा दिन भटकदा नहीं है, थॉट्स दे विच भटक सकता है, बट यह थॉटलैस होना जानता है। तो फिर जेड़े इहो जे संत पुरुष होंदे हन, उन्हां नूं बहुत ज्यादा नींदर की लोड़ नहीं पैंदी है, बहुत थोड़ी नींदर नाल सार लैंदे हन, क्योंकि उन्हां दे मन दे विच भटकन नहीं है। मैं साधु संत पुरुष कोल रहा, 2-2.5 घंटे वध तो वध सुनते सनों। और एक गल जी उन्होंने मैनू समझाई, कुछ दिन मैं उन्होंने नाल जदों रहा तो उन्होंने कहा, देख दिन और रात एक हो गए हैं, इन्हां विच कोई भेद नहीं रह गया है, मन सुचेत है सारा टाइम। यह उन्होंने अवस्था सी। जदों संत दे नाल रहो और उहदा मन एकाग्र होए तो उस मन दे नाल सानू जोड़ लैंदा है। यह उहदी किरपा है, गुरु प्रसाद दे लक्षण हैं। असी करन की आए हाँ भाई, प्राप्त मानुख दे हुरिया। मिल गई, एक मौका मिल गया दुकान विच आउण दा, हुण किहड़ी वस्तु मंगांगे यह दसेगा साडा कल की है। इत्थे एक वस्तु है दुकान च जिहड़ी कदे टुटेगी नहीं, कदे खराब नहीं होएगी। एक इहो जी वस्तु है जिहड़ी सदा लई नाल रहेगी, सुख देण वाली वस्तु है। बाकी भी वस्तुआं सुख देण वालियां ने, पर उन्हां विच सुख और दुख नाल चलदा है। मैं घर मंग लिया, घर की रिपेयर भी करांगा, पानी भी चोएगा, समय नाल घर गिरना भी शुरू हो जाएगा। इसदा मतलब उस घर विच सुख और दुख नाल चलते हैं। जिहड़ी भी पदार्थ वांग वस्तु होएगी, रिलेशनशिप होएगा, फिजिकल रिलेशनशिप होएगा, जिहदे विच अध्यात्मवाद पैर नहीं रखता है, उन्हां विच सब विच सुख और दुख नाल चलणगे। इस करके जदों प्रेमी इस दुनिया विच लव की गल करते हैं, उन्हें हेटरेट नाल चलती है। केवल उत्थे नहीं चलती जिथे प्रेम देह तो परे चला गया। लैला मजनू देह तो परे चला गया, तो फिर दुनिया ने उन्होंने मन्निया है। ससी पुन्नू, हीर रांझा, लैला मजनू की कथा है कि मजनू नू लैला की चिट्ठी दिती,
उसने लैला का नाम पाड़ के अपने को रख लिया, बाकी चिट्ठी फाड़ती। देने वाले ने पूछा है की कीता है, तू तो पढ़ी भी नहीं। मजनू कहना जो मेरे मतलब दा सी मैं रख लिया। मेरे और थोड़े मतलब दा की है इस दुनिया विच जेड़ा मैं रख नहीं सकता, रख नहीं पा रहा, ले नहीं पा रहा, जान नहीं पा रहा। वो केड़ी वस्तु है जिहड़ी सदा लई नाल रहेगी? वो केड़ी अवस्था है महाराज जिहड़ी एक बार मैनू मिल जाए मेरे तो कोई खो नहीं सकेगा? यही तो राज है, नहीं तो कोई राज नहीं है दुनिया च, क्योंकि सारे राज चले जाते हैं समय नाल। दिस शोज माई स्पिरिचुअल मैच्योरिटी। मैं मंगदा की हाँ, और मंगना है साडे सारियां च जीवन च। असी मंगांगे तां ही बनांगे। महाराज कहते जो मांगो ठाकुर अपने ते सोई सोई देवे। और तुसी और मैं मंग रहे हैं लगातार, जिथे भी असी खड़े हाँ अपने मंगण करके खड़े हैं। केवल वो नहीं मंगदा है जिहदा मन थिर हो जाता है, हुक्म विच आ जाता है, वो भी फिर कदे कदे मंग लैंदा, पर उहदा मंगना हुक्म विच है। जिव जिव हुक्म तिवे तिवकार। जो हुक्म है वे कार है। उन्हां दी थॉट और हुक्म च कोई भेद नहीं है महाराज। उस यूनिवर्सल माइंड नाल इकमिक हो गए, एकाग्र हो गए। दीवार नहीं है थॉट दी जिवें थोड़ी और मेरे च है। सुखमनी साहब नूं प्रगट किया है महाराज ने। बाणी सानू रस्ता है होमे दे पार दे जीवन नूं जानन दा हजूर। देह तो परे दे जीवन नूं जान लैना। जे मैं जींदे जी देह तो परे दे जीवन नूं जान लिया तो फिर देह जाएगी, मैं उस जीवन नूं जान लिया पहले ही, तो मौत नहीं आएगी। फिर आएगी शरीर दी मौत, पर आत्मक मौत नहीं आएगी। तो रेस्ट मिलेगा महाराज, विश्राम मिलेगा, आनंद मिलेगा, और मन तृप्त होएगा, मन सेशिएट हो जाएगा। मन भटकेगा नहीं, भुखा भुखा नहीं करेगा। हौमे विच भुखा भुखा करता है, क्योंकि हौमे विच कुछ भी असी मंगीए वो पूरा नहीं है। ना मेरा मंगना पूरा है, ना जिहड़ी वस्तु मैं मंगदा हाँ वो पूरी है। इस करके मेरा मंगना भी चलता रहता है, और वस्तु तो चाट होकर मैं होर वस्तुआं मंगदा रहंदा। यही जीवन मैं जी रहा। कदे मेरे बच्चों का सुख चाहिए है, कदे मैनू करियर या मेरे कारोबार च वाधा चाहिए है, कदे मैनू निरोगता चाहिए है। अनेक तरह दी साडियां डिजायर्स हैगी है। मैं नहीं कह रहा कि यह गलत हैगी है, मैं कह रहा कि इन्हां विच रुक जाना और इन्हां दे पार ना जाना गलत है। मंगना तो जो बेसिक नीड्स हैं सारियां दियां असीं सारे मंगांगे ही। भगत कबीर उस शब्द नूं भी प्रकट करते हैं, भूखे भगत न कीजे ये माला अपनी लीजे। पर असीं भुख भी ज्यादा वधा लई। साडी डिमांड्स भी लाइफ चो इतनियां हो गई हैं कि पूरी लाइफ ही गर्क हो जाती। उहदे च कोई एनर्जी बचती नहीं। अभ्यास लई, नाम लई, शब्द लई, संगत लई। यह तो विधि निरंकार ने हुण बनाती कि असी इहो जे जूम वगैरह टूल्स लैके कुछ संगत कर लेंदे हैं। पुरातन सिख संगत करते सी, रात दी शाम दी रहरास कट्ठे पढ़ते सी। एक बॉर्न होम ही होंदी है। फिर संगत च एक एनर्जी शेयरिंग होंदी है, प्रेम हुंदा है। बुद्धिज्म और सिखिज्म में दो इज़म्स हैं जिन्हां विच संगत दा बड़ा मुल है। बुद्धम शरणम गच्छामि, तरनम शरणम गच्छामि, संग शरणम गच्छामि। वो कहंदा संग दी शरण जा, संगत दी शरण जा। जद तैनू लभदा नहीं कुछ, भटकदा है तू,
जद मन टिकदा नहीं है तो संगत विच जा। संगत भी किदी महाराज? जिथे एक नाम की गल चले, जिथे एको नाम वखाणी है। जिथे नाम की गल नहीं चले उत्थे भी धोखा है। फिर बहुत रेयर केस विच इहो जी फ्रेंडशिप्स होंदियां जिहदे शेयरिंग होंदी है अनकंडीशनल। गालिब का एक शेर है, वो कहता है, मैं ये कहाँ की दोस्ती है, बने हैं दोस्त ना से। कोई गम गुजार होता, कोई चारसाज होता। वो कहता है केड़ी दोस्ती है कि नसीहत देंदे हन सारे, बने हैं दोस्त ना से। कोई गम गुजार होता, किदे नाल बैठ के मैं अपना गम गुजार लैंदा। कोई चारसाज होता, कोई हील करदा मैनू। ओह जे दोस्त कित्थे लभदे हुण? संगत विच लभदे, पर हुण तां संगत भी कंपीटिटिव हो गई। संगत विच भी असी तैनू की एक्सपीरियंस होया, मैनू की होया, इहो जी गल्लां च लग जांदे हैं। जैलसी आ जांदी है, होमे आ जांदी है। इस करके कदे शेयरिंग इस तरह की नहीं करनी। वो बहुत थोड़ी संगत है जिथे सपोर्ट सिस्टम है सिर्फ, क्योंकि होमे नू पासे करके संगत हो सकती है, होमे दे विच नहीं हो सकती है। असी संगत नू भी पिकनिक बना लिया, उत्थे कीर्तन करके फिर पार्टी होंदी है, आपस दी गल्लां ही चलदियां। गुरु अर्जन साहब महाराज ने सुखमनी साहब दी बाणी प्रगट की 24 अष्टपदियां। अष्टपदी का मतलब 8 हिम्स, 10 हिम ने एक विच, 8 पदे ने, 192, 192 टोटल। महाराज ने जदों बाणी प्रगट की है तो उहदे विच एक निशानी छड्डी जाती है, प्रेम है। एक निशानी बाणी पढ़न वाले दी है, वो जोड़दा है, तोड़दा नहीं है। अजकल साडे लोकां विच असी तोड़दे ही रहने हां। धर्म नूं भी तोड़ दिता, असी धर्म दी भी लड़ाइयां शुरू कर दित्तियां। जिहड़ी एक गल सी जिसने सारियां नूं पनाह देनी सी, किवें गुरु अमरदास महाराज समझाते हैं, जगत जलंदा रख ले अपनी किरपा तार, जित द्वारे उभरे ते तैले उबार। कित्थों भी जुड़े, किहड़े भी दरवाजे तो जुड़े, वो जुड़े, उन्होंने उभार। वो हिंदू जुड़े, कोई मुसलमान जुड़े, कोई ईसाई जुड़े, सारे जुड़न। असी उत्थे भी वितकरे शुरू कर देते, मेरा मॉडर्न थोड़ा पुराना, मेरा उच्चा थोड़ा नीवा। वो ईगो दी रेस इत्थे भी चलती है, क्योंकि धर्म की समझ नहीं है महाराज। बार बार गुरु नानक साहब महाराज ने बार बार यह गल प्रगट की तो किधर गुरु ग्रंथ साहब भी चाहे नहीं लिखा है कि सिख ही सिर्फ पढ़नगे, और किथे उथे परसनैलिटी नहीं है। परसनैलिटी अगर है तो वो सिर्फ पासिंग विच है। असल गल सारी ब्रह्म ज्ञान दी चलती है शुरू तो अखीर तक। सुखमनी साहब ब्रह्म ज्ञान दी गल है महाराज। किसी ने ब्रह्म ज्ञान दा नाल मन जोड़ना है, असी भी ट्रेन की तरह बाणी पढ़ते हैं। एक पंक्ति जागा सकती है, जीवन नूं बदल सकती है। पूरे ध्यान नाल पढ़ी जाए, पर प्रेम नाल पढ़ी जाए। जे ध्यान होएगा गुरु हाजिर होएगा। ऐसी संगत लभनी महाराज जिथे बाणी दा प्रेम है। गुरु अर्जन साहब महाराज ने रामसर सरोवर ते बाणी प्रगट की थी।
गौड़ी राग विच दर्ज है। गौड़ी राग दा लिटरल ट्रांसलेशन गौड़ी शब्द दी है प्योर। वैसे यह शाम दा राग है, पर बाणी कदे भी पढ़िए। एक सरोवर है, गुरु अर्जन साहब महाराज एक सरोवर ਹਨ। ਉਹਨਾਂ ਨਾਲ ਮਿਲਣ ਕਰਨਾ, ਉਹਨਾਂ ਦੀ ਬਾਣੀ ਨਾਲ ਮਨ ਜੋੜਨਾ ਮਨ ਨੂੰ ਥਿਰ ਕਰਦਾ ਹੈ। ਜਪਜੀ ਨੂੰ ਸਮਝਣ ਵਾਸਤੇ ਵੀ ਸਾਨੂੰ ਸੁਖਮਨੀ ਦੀ ਲੋੜ ਪੈ ਜਾਂਦੀ ਹੈ, ਕਿਉਂਕਿ ਜਪਜੀ ਦੀ ਬਾਣੀ ਜੋ ਹੈ ਉਹ ਉੱਤਮ ਬਾਣੀ ਹੈ ਮਹਾਰਾਜ। ਉਹ ਬ੍ਰਹਮ ਗਿਆਨ ਦੀ ਡੂੰਘਾਈ ਵਿੱਚ ਬੜੀ ਉੱਚੀ ਜਾਂਦੀ ਹੈ। ਉਹਦੇ ਲਈ ਥੋੜਾ ਬਾਹਰ ਸਮਝਣ ਦੀ ਲੋੜ ਪੈ ਜਾਂਦੀ ਹੈ। ਗੱਲ ਤਾਂ ਮਨ ਨੂੰ ਬਦਲਣ ਦੀ ਹੈ, ਮਨ ਨੂੰ ਜੋੜਨ ਦੀ ਹੈ। ਮੈਂ ਜਦੋਂ ਜਾਵਾਂਗਾ ਇਸ ਦੁਕਾਨ ਵਿੱਚ ਤਾਂ ਮੈਂ ਕੀ ਲੱਭਾਂਗਾ ਮਹਾਰਾਜ, ਕੀ ਮੰਗਾਂਗਾ? ਇਹ ਹੈ ਸਾਰੀ ਗੱਲ। ਅਗਰ ਮੈਂ ਉਸ ਵਸਤੂ ਨੂੰ ਮੰਗ ਲਿਆ ਜਿਹੜੀ ਵਸਤੂ ਸਦਾ ਨਾਲ ਰਹੇਗੀ ਔਰ ਮੈਨੂੰ ਸੁਖ ਦੇਗੀ, ਤਾਂ ਫਿਰ ਮੈਂ ਜੀਵਨ ਦਾ ਆਨੰਦ ਮੰਗ ਲਿਆ ਔਰ ਕਾਲ ਰਹਿਤ ਜੀਵਨ ਮੰਗਿਆ। ਇਸ ਬਾਣੀ ਦੀ ਰਹਾਉ ਦੀ ਤੁਕ ਹੈ ਮਹਾਰਾਜ। ਅਸੀਂ ਇਸ ਰਹਾਉ ਦੀ ਤੁਕ ਨੂੰ ਵਿਚਾਰਾਂਗੇ। ਸ਼ਲੋਕ ਪਹਿਲੇ ਆਉਂਦੇ ਹਨ, ਫਿਰ ਅਸ਼ਟਪਦੀਆਂ ਆਉਂਦੀਆਂ ਹਨ, 8 ਪਦੇ ਹਨ। ਇਵੇਂ ਰੂਮੀ ਨੇ ਵੀ ਲਿਖੀ ਹੈ ਜਦੋਂ ਬਾਣੀ, ਉਹ 4 ਪਦਿਆਂ 'ਚ ਲਿਖਦਾ ਹੈ। ਉਸਨੂੰ ਇੱਕ ਨਾਮ ਦਿੰਦੇ, ਮੈਂ ਭੁੱਲ ਗਿਆ। ਸੁਖਮਨੀ ਸ਼ਬਦ ਦਾ ਅਰਥ ਕੀ ਬਣਦਾ ਹੈ ਮਹਾਰਾਜ? ਸੁੱਖਾਂ ਦੀ ਮਨੀ। ਸੁੱਖਾਂ ਦਾ ਹੀਰਾ, ਸੁੱਖਾਂ ਦਾ ਇੱਕ ਮਣੀ ਜੋ ਮੇਰੇ ਜੀਵਨ ਵਿੱਚ ਆ ਸਕਦੀ ਹੈ। ਇਹ ਉਹ ਸੁੱਖ ਨਹੀਂ ਹੈ ਜੋ ਧਰਤੀ ਦਾ ਸੁੱਖ ਹੈ, ਜੋ ਰੋਜ਼ਮर्रा ਦਾ ਸੁੱਖ ਹੈ। ਉਹਦੇ ਵਿੱਚ ਤਾਂ ਦੁੱਖ ਨਾਲ ਚੱਲਦਾ ਹੈ। ਸੁੱਖ ਕੋ ਮਾਂਗੇ ਸਭ ਕੋ, ਦੁੱਖ ਨਾ ਮਾਂਗੇ ਕੋਈ। ਸੁੱਖੇ ਕੋ ਦੁੱਖ ਅਗਲਾ, ਮਨ ਮੁਖ ਬੂਝ ਨਾ ਹੋਏ। ਸੁੱਖ ਨੂੰ ਦੁੱਖ ਮਿਲਦਾ ਅੱਗੇ। ਇਹ ਜੀਵਨ ਦੀ ਹੈ। ਅਸੀਂ ਉਸ ਸੁੱਖ ਨੂੰ ਮੰਗਦੇ ਹਾਂ, ਪਰ ਭਗਤ ਕਬੀਰ ਕਹਿੰਦੇ ਮੈਂ ਤੇ ਇਸ ਸੁੱਖ ਨੂੰ ਮੰਗਦਾ ਵੀ ਨਹੀਂ ਹਾਂ, ਕਿਉਂਕਿ ਇਹਦੇ 'ਚ ਤਾਂ ਦੁੱਖ ਨਾਲ ਆਉਂਦਾ ਹੈ। ਮਹਾਰਾਜ ਨੇ ਜੋ ਸਾਨੂੰ ਜੀਵਨ ਬਾਰੇ ਦੱਸਿਆ, ਅਸੀਂ ਇਹਦੀ ਰਹਾਉ ਦੀ ਤੁਕ ਵਿਚਾਰਾਂਗੇ ਅੱਜ। ਫਿਰ ਅਗਲੇ ਸੈਸ਼ਨ ਤੋਂ ਇਹਦੀ ਡੂੰਘਾਈ 'ਚ ਉਤਰਾਂਗੇ ਮਹਾਰਾਜ ਬਾਣੀ ਦੀ। ਸ਼ਾਇਦ ਜੋ ਪਹਿਲੇ ਕੁਝ ਪੰਕਤੀਆਂ ਨੇ ਨਮਸਕਾਰ ਦੀਆਂ, ਉਹਨਾਂ ਨੂੰ ਵਿਚਾਰ ਲੈਂਦੇ ਹਾਂ ਅਗਰ ਸਮਾਂ ਹੈ ਤੇ। ਗੱਲ ਤਾਂ ਮਨ ਨੂੰ ਜੋੜਨ ਦੀ ਹੈ। ਮਨ ਨੂੰ ਕਿਤਨਾ ਇਕਾਗਰ ਕਰਦਾ ਹਾਂ, ਕਿਤਨਾ ਮੈਂ ਜੋੜਦਾ ਹਾਂ, ਇਹ ਗੱਲ ਸਾਰੀ ਹੈ। ਮਨ ਭਟਕੇਗਾ, ਬਾਣੀ ਨਾਲ ਜੁੜੇਗਾ ਨਹੀਂ, ਤਾਂ ਫਿਰ ਉਹ ਬਾਣੀ ਦਾ ਅਸਰ ਨਹੀਂ ਆਏਗਾ ਮੇਰੇ ਕੋਲ। ਅਗਰ ਮੈਂ ਇਸ ਵਸਤੂ ਨੂੰ ਮੰਗਦਾ ਹਾਂ ਜਿਹੜੀ ਜੀਵਨ ਦਾ ਤਤ ਗਿਆਨ ਹੈ, ਤਾਂ ਫਿਰ ਮੈਨੂੰ ਉਹਦੇ ਲਈ ਆਪਣੇ ਮਨ ਨੂੰ ਤਿਆਰ ਕਰਨਾ ਹੈ। ਇਹ ਖੇਤੀ ਤਿਆਰ ਹੋਏਗੀ ਤਾਂ ਉਹਦੇ 'ਚ ਬੀਜ ਪਏਗਾ। ਗੁਰਪ੍ਰਸਾਦ ਦਾ ਬੀਜ ਪੈਂਦਾ ਹੈ ਹਜ਼ੂਰ, ਉਹਨੂੰ ਗੁਰੂ ਪਾਉਂਦਾ ਹੈ। ਔਰ ਜਦ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਿੱਧਾ ਨੇ ਪੁੱਛਿਆ ਤੁਸੀਂ ਕਿਉਂ ਨਿਕਲ ਗਏ ਹੋ, ਤਾਂ ਮਹਾਰਾਜ ਕਹਿੰਦੇ ਗੁਰਮੁਖ ਖੋਜਤ ਪਏ ਉਦਾਸੀ। ਮੈਂ ਤਾਂ ਉਸ ਨੂੰ ਲੱਭਣ ਨਿਕਲਿਆ ਹਾਂ ਜਿਹੜਾ ਸੱਤ ਨੂੰ ਭਾਲਦਾ ਹੈ। ਤੇ ਅਸੀਂ ਔਰ ਤੁਸੀਂ ਅਗਰ ਸੱਤ ਨੂੰ ਭਾਲਾਂਗੇ ਤੇ ਗੁਰੂ ਨਾਨਕ ਮਹਾਰਾਜ ਨੂੰ ਮਿਲਾਂਗੇ, ਸ਼ੋਰਲੀ ਮਿਲਾਂਗੇ, ਕਿਉਂਕਿ ਅਸੀਂ ਮੰਗ ਰਹੇ ਹਾਂ। ਉਹ ਨੇਚਰ ਦੀ ਇੱਕ ਅਨਰਿਟਨ ਲਾਅ ਹੈ, ਜੋ ਅਸੀਂ ਮੰਗਦੇ ਹਾਂ ਸਾਨੂੰ ਮਿਲਦਾ ਹੈ। ਦੇਰ ਸਵੇਰ ਹੋ ਸਕਦੀ ਹੈ, ਪਰ ਸਾਡੀ ਮੰਗਣੀ ਵੀ ਬਹੁਤ ਹੈ। ਮੰਗਣ ਬਹੁਤਾ, ਤਪ ਥੋੜਾ ਹੈ। ਗੱਡੀ ਵਿੱਚ ਪੈਟਰੋਲ ਹੈ ਨਹੀਂ ਹੈ ਔਰ 10,000 ਕਿਲੋਮੀਟਰ ਗੱਡੀ ਚਲਾਣੀ ਹੈ। ਇਹ ਸਾਡਾ ਹਾਲ ਹੈ। ਐਕਸਪੈਕਟੇਸ਼ਨਸ ਦਾ ਜੀਵਨ ਹੈ। ਆਸ ਅੰਦੇਸੇ ਤੈਨ ਹੈ ਕੇਵਲ। ਆਸ ਵਿੱਚ ਜੀਣਾ,
ਟੈਨਸ਼ਨ ਔਰ ਪ੍ਰੈਸ਼ਰ ਅੰਦੇਸੇ ਵਿੱਚ ਜੀਂਦਾ ਹਾਂ, ਤਹਿਨ ਹੈ ਕੇਵਲ, ਇਸ ਤੋਂ ਮੁਕਤ ਕਿਵੇਂ ਹੋਵਾਂਗਾ? ਹਉਮੈ ਸ਼ਬਦ ਜਲਾਏ। ਸੁਖਮਨੀ ਸਾਹਿਬ ਦੀ ਬਾਣੀ ਧਿਆਨ ਕਰਨ ਵਾਲੀ ਬਾਣੀ ਹੈ ਮਹਾਰਾਜ। ਇਹ ਸਾਨੂੰ ਧਿਆਨ ਬਾਰੇ ਦੱਸੇਗੀ, ਕਿਵੇਂ ਬਾਣੀ ਪੜ੍ਹਨੀ ਹੈ ਉਹ ਦੱਸੇਗੀ, ਕਿਹੜੇ ਪੋਸਚਰਸ ਦੇ ਕੁਐਸਚਨ ਨੇ ਸਾਡੇ ਉਹ ਦੱਸੇਗੀ, ਬ੍ਰਹਮ ਗਿਆਨੀ ਕੌਣ ਹੈ ਉਹ ਦੱਸੇਗੀ। ਪਰ ਇਹਨਾਂ ਲੱਛਣਾਂ ਨੂੰ ਪੜ੍ਹਨਾ ਪੈਣਾ ਹੈ, ਜਾਣਨਾ ਪੈਣਾ, ਐਕਸਪੀਰੀਅੰਸ ਕਰਨਾ ਪੈਣਾ ਹੈ। ਸਿਰਫ ਅਰਥਾਂ ਤੇ ਨਹੀਂ ਰੁਕਣਾ ਹੈ ਮਹਾਰਾਜ। ਬਾਣੀ ਇੱਕ ਤਰ੍ਹਾਂ ਦਾ ਲਿਫਟ ਹੈ, ਮਨ ਨੂੰ ਹਉਮੈ ਦੇ ਜੀਵਨ ਚੋਂ ਕੱਢ ਕੇ ਦੂਜੇ ਜੀਵਨ ਵਿੱਚ ਲੈ ਜਾਂਦੀ ਹੈ। और अगर मैं अपने आप ਨੂੰ ਬੰਨਿਆ ਰੱਖਾਂਗਾ ਤਾਂ ਫਿਰ ਉੱਪਰ ਨਹੀਂ ਚੜ ਪਾਵਾਂਗਾ, ਉਸ ਅਵਸਥਾ ਵਿੱਚ ਨਹੀਂ ਜਾ ਪਾਵਾਂਗਾ। ਇਸ ਕਰਕੇ ਰਿਲੈਕਸ ਯੋਰ ਮਾਈਂਡ, ਹੈ ਨਾ, ਇਹਨੂੰ ਆਨੰਦ ਵਿੱਚ ਆਣ ਦੇਈਏ ਬਾਣੀ ਨਾਲ, ਤਾਂ ਹੀ ਤਾਂ ਇਹਦਾ ਰੰਗ ਚੜ੍ਹੇਗਾ। ਇਹ ਕੈਨਵਸ ਤੇ ਪ੍ਰੇਮ ਦਾ ਰੰਗ ਚੜ ਜਾਏ, ਪੱਕਾ ਹੋ ਜਾਏ, ਫਿਰ ਗੱਲ ਬਣ ਗਈ। बिना प्रेम देते कोई गल बनती नहीं है। पाख्या पाओ अपार, भाषा रब दी प्रेम है। पावनी भगत पाए कौडी अगर भाग रखे, ताही गुरसरम निदान दान देता है। 9 द्वारे प्रगट किए 10वां गुप्त रखाया, गुरुद्वारे लाए पावनी, एक ना 10वां द्वार दिखाया। गुरु तो इस वस्तु ਨੂੰ ਦੇਣ ਵਾਸਤੇ ਹੀ ਆਇਆ ਹੈ। ਇਹ ਗੁਰੂ ਦਾ ਰੋਲ ਹੈ, ਗੁਰਬਾਣੀ ਦਾ ਇਹ ਰੋਲ ਹੈ ਮਹਾਰਾਜ। ਇਹ ਸਾਨੂੰ ਇਸ ਜੰਗਲਾਤ ਚੋਂ, ਇਸ ਜੇਲ੍ਹ ਚੋਂ ਕੱਢਣ ਲਈ ਹੈ। ਪਰ ਅਸੀਂ ਆਪਣੇ ਆਪ ਨੂੰ ਜੇਲ੍ਹ ਚ ਨਾ ਸਮਝੀਏ ਤਾਂ ਫਿਰ ਕਿਵੇਂ ਬਾਹਰ ਨਿਕਲਾਂਗੇ? ਇੱਕ ਪਰਜੀਆ ਦੀ ਕਥਾ ਹੈ। ਇਤਨੇ ਪੁਰਾਣੇ ਜੇਲ੍ਹ ਵਿੱਚ ਲੋਕ ਸਨ। ਫ੍ਰੈਂਚ ਰੈਵੋਲੂਸ਼ਨ ਵਿੱਚ ਹੋਇਆ, ਜਦੋਂ ਫ੍ਰੈਂਚ ਰੈਵੋਲੂਸ਼ਨ ਹੋਈ ਉਹਨਾਂ ਨੇ ਜੇਲ੍ਹ ਖੋਲ ਦਿੱਤੇ। ਸਾਰਿਆਂ ਨੂੰ ਕਿਹਾ ਜਿਹੜੇ ਜੇਲ੍ਹ ਵਿੱਚ ਸਨ ਕਿ ਜਾਓ, ਤੁਸੀਂ ਬੰਦੀ ਨੂੰ ਰਿਹਾ ਕਰਤਾ ਤੁਹਾਨੂੰ। ਉਹ ਜਾਣ ਹੀ ਨਾ, ਉਹ ਕਹੇ ਅਸੀਂ ਤਾਂ ਇੱਥੇ ਹੀ, ਅਸੀਂ ਐਸੇ ਜੀਵਨ ਨੂੰ ਜਾਣਦੇ ਹਾਂ। ਜਦ ਬੰਦੀ ਆਪਣੇ ਆਪ ਨੂੰ ਬੰਦੀ ਨਾ ਸਮਝੇ ਤਾਂ ਉਹਨੂੰ ਕੌਣ ਰਿਹਾ ਕਰੇਗਾ? ਇਹ ਮੇਰਾ ਤੁਹਾਡਾ ਇਹ ਹਾਲ ਹੈ ਹਜ਼ੂਰ। ਓਮਕਾਰ ਬਾਣੀ ਵਿੱਚ ਮਹਾਰਾਜ ਨੇ ਕਿਵੇਂ ਸਮਝਾਇਆ ਕਿ ਤੂੰ ਤਾਂ ਥੱਕ ਵੀ ਗਿਆ ਹੈ, ਤੂੰ ਤਾਂ ਮਜਬੂਰ ਹੋ ਗਿਆ, ਬੰਦਿਸ਼ ਹੋ ਗਿਆ, ਸਲੇਵ ਬਣ ਗਿਆ, ਆਪਣਾ ਹੀ ਚੋਇਸਿਸ ਦਾ ਸਲੇਵ ਬਣ ਗਿਆ। ਹੁਣ ਕਿਵੇਂ ਆਜ਼ਾਦੀ ਮਿਲੇਗੀ? ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਜੀਵਨ ਇਸੇ ਤਰ੍ਹਾਂ ਹੈ ਮਹਾਰਾਜ। ਰਹਾਉ ਦੀ ਤੁਕ ਇਸ ਬਾਣੀ ਦੀ ਵੀ ਇੱਕੋ ਹੀ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਕਦੇ 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 ਸਾਡੇ ਤੇ ਕਿਰਪਾ ਹੋ ਜਾਏ ਮਹਾਰਾਜ, ਅਸੀਂ ਮੰਗੀਏ ਕਿਰਪਾ। ਬਜ਼ੁਰਗ ਮੈਨੂੰ ਦੱਸਦੇ ਸੀ ਕਿ ਜਦੋਂ ਰਾਤ ਦੁਨੀਆ ਸੁੱਤੀ ਹੈ, ਤੂੰ ਨੀਂਦ ਤਿਆਗ ਕੇ ਪੁਕਾਰ, ਦੇਖ ਫਿਰ ਕੀ ਹੁੰਦਾ ਹੈ। ਤੇ ਕਿਵੇਂ ਪਤਾ ਲੱਗੇਗਾ ਕਿ ਤੇਰੀ ਨੀਡ ਹੈ? अगर तेरी नींद ही तेनू काबू कर लेगी तो केड़ी नीड है तेरी? अरदास चाहिदी है महाराज, अर्ज दस्त। अंधकूप में पतित विकराल, नानक काढ़ लियो प्रभ दयाल। करतार करुणा में दीन बेनती करे। यही बाणी है महाराज, ऐसे बाणी चाहेगा सब। किवें अपने आप ਨੂੰ ਬਾਹਰ ਕੱਢਣਾ ਹੈ, ਇਸ ਨੂੰ ਜੀਂਦੇ ਜਾਈ। ਇਸ ਤਰ੍ਹਾਂ ਨਹੀਂ ਹੈ ਕਿ ਅਸੀਂ ਜੀਣਾ ਛੱਡ ਦਿਆਂਗੇ। ਇੱਕ ਲੈਵਲ ਤੇ ਮੋਹ ਰਹਿੰਦਾ ਹੈ, ਉਹ ਰਹੇਗਾ। ਗੁਰੂਆਂ ਨੇ ਆਪਣੇ ਬੱਚਿਆਂ ਨੂੰ ਪਾਲਿਆ ਹੈ, ਉਹਨਾਂ ਦੀ ਫਿਕਰ ਕੀਤੀ ਹੈ, ਚਿੰਤਾ ਕੀਤੀ ਹੈ। ਆਪ ਪੜ੍ਹਨਾ ਧਿਆਨ ਨਾਲ। ਸਾਹਿਬਜ਼ਾਦੇ ਜਦੋਂ ਸਰਹੰਦ ਦੀ ਕੋਟ ਵਿੱਚ ਸਨ ਤਾਂ ਉੱਥੇ ਹਜ਼ੂਰੀ ਗੁਰੂ ਮਹਾਰਾਜ ਨਾਲ ਸੀ।
ਉਹ ਧਿਆਨ 'ਚ ਬੈਠੇ ਸਨ। ਔਰ ਜੋ ਨਾਲ ਉਹਨਾਂ ਦੇ ਸਿੱਖ ਸੇਵਾ ਵਿੱਚ ਸੀ ਉਹ ਹੈਰਾਨ ਸੀ ਕਿ ਪਾਣੀ ਵੀ ਨਹੀਂ ਮੰਗਦੇ ਹਨ। ਗੱਲ ਸੂਖਮ ਗੱਲ ਹੈ। ਗੁਰੂ ਵਧੇ ਹੋ ਕੇ ਨਾਲ ਹੈ, ਗੱਲ ਨੂੰ ਮੁੜਨ ਨਹੀਂ ਦੇਣਾ ਹੈ। ਬਹੁਤ ਦਰਦਨਾਕ। ਘੋੜੇ ਤੇ ਰਾਤ ਦੇ ਹਨੇਰੇ ਵਿੱਚ ਦੌੜਦਾ ਜਾ ਰਿਹਾ ਹੈ ਇੱਕ ਸਿੱਖ, ਖਬਰ ਲੈ ਕੇ ਜਾ ਰਿਹਾ ਹੈ ਮਹਾਰਾਜ ਕੋਲ। ਮਹਾਰਾਜ ਪੁੱਛਦੇ ਹਨ ਕੀ ਵਰਤਿਆ ਹੈ? ਸਰਹੰਦ ਦੀ ਧਰਤੀ ਤੇ ਹੋਇਆ ਕੀ ਹੈ? ਇਹ ਨਹੀਂ ਕਿ ਸੋਚ ਰਹੇ ਹਨ, ਉਹਨਾਂ ਨੂੰ ਇਹ ਧਿਆਨ ਹੈ ਕਿ ਗੱਲ ਸਿਰੇ ਤੇ ਜਾਏ, ਇਹ ਮੇਰੇ ਬੱਚੇ ਸ਼ਹੀਦੀ ਪ੍ਰਾਪਤ ਕਰ ਲੈਣ। ਇਸ ਤਰ੍ਹਾਂ ਨਹੀਂ ਹੈ, ਪ੍ਰੇਮ ਨਹੀਂ ਹੈ ਗੁਰੂ, ਬਿਲਕੁਲ ਗਲਤ ਗੱਲ ਹੈ। ਉਸ ਲੈਵਲ ਤੇ ਪੂਰਾ ਪ੍ਰੇਮ ਹੈ ਮਹਾਰਾਜ, ਜਿਵੇਂ ਸਾਨੂੰ ਵੀ ਹੋਣਾ ਚਾਹੀਦਾ। ਬਿਨਾਂ ਪ੍ਰੇਮ ਤੇ ਜੀਵਨ ਕਿਵੇਂ ਚਲਾਵਾਂਗੇ? ਬੱਚਿਆਂ ਨੂੰ ਕਿਵੇਂ ਪਾਲਾਂਗੇ? ਪਰ ਨਾਲ ਅਧਿਆਤਮ ਨੂੰ ਸੰਭਾਲ ਕੇ ਚੱਲਣਾ ਹੈ ਹਜੂਰ। ਕੇਵਲ ਮੋਹ ਨਾਲ ਜੀਵਨ ਚਲਾ ਲੈਣਾ ਵਿਅਰਥ ਹੈ। ਪਰ ਮੋਹ ਹੁੰਦੇ ਹੋਏ ਅੰਤਰ ਆਤਮਾ ਦੀ ਚਾਬੀ ਖੋਲ ਲੈਣਾ ਤਾਂ ਸਾਰਿਆਂ ਦਾ ਭਲਾ ਹੈ, ਸਰਬੱਤ ਦਾ ਭਲਾ ਕਹਿੰਦੇ ਹੈ ਮਹਾਰਾਜ। ਇਹਨੂੰ ਜਾਣਨਾ ਹੈ। ਅਸੀਂ ਇੱਕ ਜੁੜਦਾ ਹੈ ਤਾਂ ਸਭ ਨੂੰ ਜੋੜਦਾ ਹੈ। ਜਿਵੇਂ ਪੌਂਡ ਦੇ ਵਿੱਚ ਇੱਕ ਇੱਟ ਸਿੱਟੀਏ, ਉਹਦੇ ਰਿਪਲਸ ਜਾਂਦੇ ਹਨ, ਸਾਰਾ ਪੌਂਡ ਬਦਲ ਜਾਂਦਾ ਹੈ। ਇਸ ਤਰ੍ਹਾਂ ਹੈ ਮਹਾਰਾਜ। ਇੱਕ ਵੀ ਕੋਈ ਜੁੜੇਗਾ, ਇੱਕ ਵੀ ਕੋਈ ਜੁੜੇਗਾ ਮਹਾਰਾਜ, ਤਾਂ ਉਹ ਸਾਰਿਆਂ ਨੂੰ ਜੋੜ ਦੇਗਾ। ਇਵੇਂ ਜੀਵਨ ਹੈ। ਸਾਨੂੰ ਜੁੜਨਾ ਹੈ। ਇਹ ਅਰਦਾਸ ਅਸੀਂ ਕਰੀਏ, ਇਹ ਪੁਕਾਰ ਅਸੀਂ ਕਰੀਏ। ਔਰ ਬਾਣੀ ਸਾਨੂੰ ਜੋੜਨ ਲਈ ਹੈ, ਗੁਰੂ ਸਾਨੂੰ ਜੋੜਨ ਲਈ ਹੈ। ਗੁਰੂ ਕਿਧਰੇ ਨਹੀਂ ਗਏ ਹਨ, ਗੁਰੂ ਸਦਾ ਹਾਜ਼ਰ ਹਨ। ਸੁਖਮਨੀ ਸਾਹਿਬ ਦੀ ਬਾਣੀ ਦੀ ਅੱਜ ਮੈਂ ਰਿਕੁਐਸਟ ਕਰਾਂਗਾ ਕਿ ਸਾਡੇ ਚੋਂ ਕੋਈ ਰਹਾਉ ਦੀ ਤੁਕ ਪੜ੍ਹ ਲੈ ਤੇ ਸ਼ੁਰੂਆਤ ਦੀ ਜਿਹੜੀ ਪੰਕਤੀਆਂ ਨੇ ਉਹ ਪੜ੍ਹ ਲਈਏ। ਸਿਰਲੇਖ ਜਿਵੇਂ ਕਹਿੰਦੇ ਹਨ, ਤਾਂ ਉਹਦੀ ਵਿਚਾਰ ਕਰਦੇ ਹਾਂ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਫਤਿਹ ਜੀ। ਵਾਹਿਗੁਰੂ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰੈ ਨਮః, ਜੁਗਾਦ ਗੁਰੈ ਨਮঃ, ਸਤਿਗੁਰੈ ਨਮঃ, ਸ੍ਰੀ ਗੁਰੁਦੇਵੈ ਨਮঃ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਰਹਾਉ। ਵਾਹਿਗੁਰੂ ਜੀ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਰਹਾਉ। ਵਾਹਿਗੁਰੂ ਜੀ। ਧੰਨਵਾਦ। ਮਹਾਰਾਜ ਨੇ ਬਾਣੀ ਪ੍ਰਗਟ ਕੀਤੀ, ਕਈ ਸਿੱਖਾਂ ਨੇ ਜ਼ਬਾਨੀ ਯਾਦ ਕਰ ਲਈ। ਉਹਨਾਂ ਦੀ ਡਿਊਟੀ ਲੱਗੀ ਕਿ ਇਸ ਬਾਣੀ ਨੂੰ ਪ੍ਰਚਲਿਤ ਕਰਨਾ ਹੈ। ਗੁਜਰਾਤ ਸ਼ਹਿਰ ਹੈ ਪੰਜਾਬ ਵਿੱਚ, ਜਿਹੜਾ ਹੁਣ ਉਸ ਪਾਸੇ ਪਾਕਿਸਤਾਨ ਵਿੱਚ ਹੈ। ਉੱਥੇ ਇੱਕ ਮੁਸਲਮਾਨ ਪੀਰ ਨੂੰ ਬੜੀ ਆਸ ਸੀ ਕਿ ਮੈਂ ਇਸ ਬਾਣੀ ਦਾ ਗਿਆਨ ਪ੍ਰਾਪਤ ਕਰਾਂ। ਉਹਨੂੰ ਨਹੀਂ ਪਤਾ ਸੀ ਕਿਤਨੀ ਲੰਬੀ ਬਾਣੀ ਹੈ, ਘੰਟਾ ਜਾਂ 1.5 ਘੰਟਾ ਲੱਗਦਾ ਹੈ ਪੜ੍ਹਦੇ। ਪਰ ਉੱਥੇ ਸਿੱਖ ਆਏ ਤਾਂ ਉਹਨੇ ਸੁਨੇਹਾ ਭੇਜਿਆ ਕਿ ਆਪ ਅਗਰ ਮੈਨੂੰ ਸੁਖਮਨੀ ਸਾਹਿਬ ਸੁਣਾ ਸਕੋ ਤੇ ਮੈਂ ਆਵਾਂ ਆਪ ਕੋਲ। ਮੈਨੂੰ ਨਾ ਤਾਂ ਯਾਦ ਨਹੀਂ ਹੈ, ਪਰ ਸਿੱਖਾਂ ਨੇ ਮਹਾਰਾਜ ਨੂੰ ਕਿਹਾ ਕਿ ਮੈਂ ਤਾਂ ਇਸੇ ਲਈ ਆਇਆ ਹਾਂ, ਕਿਉਂਕਿ ਉਹਨਾਂ ਦੀ ਡਿਊਟੀ ਲੱਗੀ ਸੀ।
ਪੀਰ ਸਾਹਿਬ ਬਾਣੀ ਸੁਣਨ ਗਏ, ਰਹਾਉ ਦੀ ਤੁਕ ਤੱਕ ਬਾਣੀ ਪਹੁੰਚੀ ਹੈ, ਉਹ ਉੱਠ ਕੇ ਟੁਰ ਪਏ ਹਨ। ਤਾਂ ਸਿੱਖਾਂ ਨੂੰ ਬੜਾ ਅਜੀਬ ਲੱਗਿਆ ਕਿ ਬਾਣੀ ਤਾਂ 24 ਅਸ਼ਟਪਦੇ ਨੇ, ਹਾਲੇ ਤਾਂ ਸ਼ੁਰੂਆਤ ਹੈ। ਤਾਂ ਮਹਾਰਾਜ ਨੂੰ ਪੁੱਛਿਆ ਪੀਰ ਜੀ ਨੂੰ ਕਿ ਤੁਸੀਂ ਜਾ ਰਹੇ ਹੋ? ਕਹਿੰਦੇ ਰਹਾਉ ਦੀ ਤੁਕ ਨੇ ਮੇਰੇ ਸਾਰੇ ਸੁਰਤੀ ਜੋੜਤੀ, ਮੈਨੂੰ ਹੁਣ ਲੋੜ ਨਹੀਂ ਹੈ, ਮੇਰਾ ਧਿਆਨ ਲੱਗ ਗਿਆ ਹੈ, ਹੁਣ ਅੱਗੇ ਦੀ ਕੋਈ ਲੋੜ ਨਹੀਂ ਹੈ ਮੈਨੂੰ। ਜੁੜੇ ਹੋਏ ਗੁਰੂ ਦੀ ਬਾਣੀ ਜੋੜਦੀ ਹੈ। ਇਸ ਕਰਕੇ ਜਦੋਂ ਮਹਾਰਾਜ ਬਾਣੀ ਉਚਾਰਦੇ ਹਨ, ਉਹ ਆਪਣੀ ਨਹੀਂ ਹੈ, ਉਸ ਨੂੰ ਨਿਰੰਕਾਰ ਦੀ ਬਾਣੀ ਉਚਾਰਦੇ ਹਨ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਬਿਲਾਲ। ਅਸੀਂ ਔਰ ਤੁਸੀਂ ਆਪਣੀ ਬਾਣੀ ਉਚਾਰਦੇ ਹਾਂ, ਹਉਮੈ ਚੋਂ ਵਰਤਦੇ ਹਾਂ, ਉਹ ਨਿਰੰਕਾਰ ਦੇ ਧਿਆਨ ਵਿੱਚ ਬਾਣੀ ਉਚਾਰਦੇ ਹਨ। ਬਹੁਤ ਬੜਾ ਫਰਕ ਹੈ। ਸੁਖ ਮੰਨੀ ਸੁਖ ਅੰਮ੍ਰਿਤ ਪ੍ਰਭ ਨਾਮ, ਅੰਮ੍ਰਿਤ ਜੋ ਮਰਦਾ ਨਹੀਂ ਕਦੇ, ਸਦਾ ਦਾ ਅੰਮ੍ਰਿਤ। ਇਸ ਅੰਮ੍ਰਿਤ ਸ਼ਬਦ ਦੇ ਕਈ ਪਹਿਲੂ ਹਨ, ਕਈ ਤਹਿ ਹਨ। ਨਾ ਮਰਨ ਵਾਲਾ ਸੁਖ, ਅਕਾਲ ਸੁਖ, ਸੁੱਖਾਂ ਦੀ ਮਣੀ, ਸੁੱਖਾਂ ਦਾ ਹੀਰਾ, ਸੁੱਖਾਂ ਦੇ ਮਣੀ, ਸੁਖ ਅੰਮ੍ਰਿਤ ਪ੍ਰਭ ਨਾਮ। ਪ੍ਰਭ ਦੇ ਨਾਮ ਵਿੱਚ ਇਹ ਸੁਖ ਹੈ ਜੋ ਮੇਰੇ ਅੰਤःਕਰਨ ਵਿੱਚ ਬਸਦਾ ਸੁਖ ਹੈ, ਉਸ ਨਾਲ ਜੋੜਦਾ ਹੈ। ਜਪਜੀ ਵਿੱਚ ਜਦੋਂ ਅਸੀਂ ਕੱਲ ਵਿਚਾਰਿਆ ਅਜੂਨੀ ਸਹਿਭੰਗ, ਤਾਂ ਸਹਿਭੰਗ ਦਾ ਇੱਕ ਅਰਥ ਬਣਦਾ ਹੈ ਸਹਿ ਦੇ ਅੰਦਰ ਜੋ ਜੋਤ ਹੈ, ਮੇਰੇ ਅੰਦਰ ਜੋ, ਮੇਰੇ ਮਨ ਦੇ ਵਿੱਚ ਜੋ ਜੋਤ ਬਿਰਾਜਮਾਨ ਹੈ, ਉਹਦੇ ਨਾਲ ਜੋੜਦਾ ਹੈ। ਸਭ ਮੇਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੇਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਅਸੀਂ ਕਾਹਦੇ ਲਈ ਆਏ ਮਹਾਰਾਜ? ਅਸੀਂ ਕੀ ਕਰ ਰਹੇ ਹਾਂ? ਕੌਮੀ ਤੌਰ ਤੇ ਵੀ ਅਸੀਂ ਨਾਮ ਨੂੰ ਛੱਡ ਕੇ ਰਾਜਨੀਤੀ ਵਿੱਚ, ਲੋਭ ਵਿੱਚ ਪੈ ਗਏ ਹਾਂ। ਪੋਲੀਟੀਕਲ ਸੀਟਾਂ ਮੰਗਦੇ ਫਿਰਦੇ ਹਾਂ। ਕੀ ਮੰਗਦੇ ਹਾਂ ਅਸੀਂ? ਕੀ ਮਿਲ ਜਾਏਗਾ ਸਾਨੂੰ? गालिब ਦਾ ਇੱਕ ਸ਼ੇਰ ਹੈ, ਉਹ ਕਹਿੰਦਾ ਹੈ ਕਿ फिरदौस में दोजक को मिला लें या रब, सैर करने को कुछ जगह और ही सही। फिरदौस का मतलब जन्नत है और दोजक का मतलब नरक है। वो कहना फिरदौस में दोजक को मिला लें या रब, सैर करने को कुछ जगह और ही सही। ऐसे जन्नत विच मैं नरक नूं मिला लवां नाल, बस लोभ है कुछ जगह होर हो जाएगी। असीं तां ਜ਼ਮੀਨਾਂ ਤੇ ਹੀ ਲੜੀ ਫਿਰਦੇ ਹਾਂ, ਦੋਜਕ ਬਣਾ ਰਹੇ ਹਾਂ ਆਪਣੇ ਨਰਕ ਨੂੰ, ਫਿਰ ਅਸੀਂ ਉਸ ਨੂੰ ਧਰਮ ਕਹਿੰਦੇ ਹਾਂ। ਕੰਟਰੋਵਰਸੀਜ਼, ਮੈਨੂੰ ਤਾਂ ਲੱਗਦਾ ਕਈ ਵਾਰ ਸਾਨੂੰ, ਜਿਸ ਤਰ੍ਹਾਂ ਪਹਿਲੇ ਰਾਸ਼ਨ ਕਾਰਡ ਹੁੰਦਾ ਸੀ, ਇਸ ਤਰ੍ਹਾਂ ਇੱਕ ਕੌਮ ਨੂੰ ਰਾਸ਼ਨ ਕਾਰਡ ਦੇਣਾ ਚਾਹੀਦਾ ਹੈ ਕਿ ਇਹ ਤੁਹਾਨੂੰ ਇੰਨੀ ਕੰਟਰੋਵਰਸੀਜ਼ ਅਲਾਉਡ ਹਨ, ਇਸ ਤੋਂ ਅੱਗੇ ਨਹੀਂ ਅਲਾਉਡ ਹੈ। ਅਗਰ ਹੋਰ ਕੰਟਰੋਵਰਸੀ ਖੜੀ ਕਰਨੀ ਹੈ ਤਾਂ ਇੱਕ ਸੋਲਵ ਕਰੋ। ਅਸੀਂ ਜੁੜਨ ਨਹੀਂ ਤੋੜਨ ਚ ਲੱਗੇ ਹਾਂ ਇੱਕ ਦੂਜੇ ਨੂੰ, ਕਿਉਂਕਿ ਬਾਣੀ ਨਾਲ ਆਪ ਨਹੀਂ ਜੁੜਦੇ ਹਾਂ ਤਾਂ ਧੋਖੇ ਵਿੱਚ ਜਿੰਦੇ ਹਾਂ ਮਹਾਰਾਜ, ਦੋਜਕ ਵਿੱਚ ਜਿੰਦੇ ਹਾਂ। ਸਾਡਾ ਫਿਰਦੌਸ ਵੀ ਨਰਕ ਬਣ ਗਿਆ ਹੈ, ਜਿਸ ਨੂੰ ਅਸੀਂ ਗੁਰੂ ਦੇ ਦਰਬਾਰ ਕਹਿੰਦੇ ਹਾਂ। ਉੱਥੇ ਹੀ ਬੈਠ ਕੇ ਅਸੀਂ ਲੋਭ ਦੀ ਔਰ ਲਾਲਚ ਦੀਆਂ ਗੱਲਾਂ ਕਰਦੇ ਹਾਂ। ਕੋਈ ਬਾਣੀ ਦਾ ਸਾਨੂੰ ਚਿੰਤਾ ਨਹੀਂ ਹੈ, ਆਪਣੀ ਵੀ ਚਿੰਤਾ ਨਹੀਂ ਹੈ। ਇਹਦੇ ਨਾਲ ਸਭ ਤੋਂ ਵੱਡਾ ਨੁਕਸਾਨ ਮੇਰਾ ਆਪਣਾ ਹੈ
ਫਿਰ ਪੰਥ ਦਾ ਵੀ ਹੈ। ਪੁਰਾਤਨ ਸਿੱਖ ਆਪਣੇ ਆਪ ਨੂੰ ਵੇਚਣ ਨੂੰ ਤਿਆਰ ਸੀ, ਉਸਨੂੰ ਗੁਰੂ ਹਾਜ਼ਰ ਦਿਖਦਾ ਸੀ। ਅੱਜ ਦੇ ਸਿੱਖ ਨੂੰ ਦਿਖਦਾ ਹੈ ਗੁਰੂ ਤਾਂ ਹੈ ਹੀ ਨਹੀਂ। ਗੁਰੂ ਇੱਕ ਫਿਜ਼ੀਕਲ ਐਂਟੀਟੀ ਨਹੀਂ ਹੈ ਕਿ ਜਨਮ ਲੈ ਕੇ ਫਿਰ ਚਲਾ ਗਿਆ ਹੈ। ਗੁਰੂ ਤਾਂ ਸਮਾਇਆ ਹੈ, ਆਪਣੇ ਨਿਰੰਕਾਰ ਦੇ ਧਿਆਨ ਵਿੱਚ ਸਮਾਇਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਗੁਰੂ ਨਾਨਕ ਸਾਹਿਬ ਹਜ਼ੂਰ, 10ਵੇਂ ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਸ਼ਕਤੀ ਹੈ, ਕਿਧਰੇ ਨਹੀਂ ਗਏ। ਅਸੀਂ ਨਹੀਂ ਜਾਣਦੇ। ਮਹਾਰਾਜ ਕਹਿੰਦੇ ਹਨ, ਸੁਖ ਮੰਨੀ ਸੁਖ ਅੰਮ੍ਰਿਤ ਪ੍ਰਭ ਨਾਮ। ਪ੍ਰਭ का ਨਾਮ, ਉਸ ਦੇ ਨਾਮ ਦੇ ਨਾਲ ਇੱਕ ਰਸਤਾ ਖੁੱਲਦਾ ਮੇਰੇ ਮਨ ਦੇ ਵਿੱਚ, ਜਿਸ ਨੂੰ ਸਾਹਿਬ ਸਹਿਜ ਵਿੱਚ ਕਹਿੰਦੇ ਹਨ। ਫਿਰ ਕਹਿੰਦੇ ਹਨ ਥਿਰ ਘਰ। ਜਿਸ ਮਨ ਦੇ ਵਿੱਚ ਦੌੜ ਨਹੀਂ ਹੈ, ਕੰਪੀਟੀਸ਼ਨ ਨਹੀਂ ਹੈ, ਸਟ੍ਰੈਸ ਨਹੀਂ ਹੈ, ਟੈਨਸ਼ਨ ਨਹੀਂ ਹੈ, ਰਿਲੈਕਸੇਸ਼ਨ ਤੋਂ ਬਾਅਦ ਨਾਮ ਵਿੱਚ ਉਤਰਦਾ ਹੈ, ਧਿਆਨ ਚ ਉਤਰ ਜਾਂਦਾ ਹੈ। ਉਹਦੇ ਚ ਆਨੰਦ ਹੈ, ਉਹਦੇ ਚ ਅੰਤਰ ਦਾ ਖੇੜਾ ਹੈ। ਅਸੀਂ ਬੈਠੀਏ ਆਪਣੇ ਘਰ ਚ, ਪ੍ਰੇਮ ਨਾਲ ਬਾਣੀ ਪੜ੍ਹੀਏ, ਅੰਤਰ ਦਾ ਤੀਰਥ ਖੁੱਲਦਾ ਹੈ। ਸੁਣੀਏ ਮੰਨੀਏ ਮਨ ਕੀਤਾ ਪਾਓ। ਪ੍ਰੇਮ ਨਾਲ ਪੜ੍ਹਨੀ ਹੈ ਬਾਣੀ, ਅੰਤਰਗਤ ਤੀਰਥ ਮਿਲਣਾ। ਗੁਰੂ ਮਹਾਰਾਜ ਸਾਡੇ ਹਾਜ਼ਰ ਹੋ ਜਾਂਦੇ ਹਨ ਸਾਡੇ ਲਈ। ਸੁਖ ਮੰਨੀ ਸੁਖ ਅੰਮ੍ਰਿਤ ਪ੍ਰਭ ਨਾਮ। ਇਹ ਅੰਮ੍ਰਿਤ ਹੈ, ਅੰਮ੍ਰਿਤ ਜਿਹੜਾ ਮਰਦਾ ਨਹੀਂ ਕਦੇ। ਕਿੱਥੋਂ ਮਿਲਦਾ? ਬਾਣੀ ਤੋਂ ਮਿਲੇਗਾ ਅੰਮ੍ਰਿਤ। ਪ੍ਰੇਮ ਹੈ ਇਹਦੇ ਵਿੱਚ, ਸੁਖ ਹੈ, ਆਨੰਦ ਹੈ। ਇਹ ਸਟੇਟ ਆਫ ਬੀਇੰਗ ਹੈ। ਇਹਦੇ ਵਾਸਤੇ ਕਰਨਾ ਨਹੀਂ ਹੈ ਕੁਝ। ਇਸ ਸਥਾਨ ਨੂੰ ਜਾਣ ਲੈਣਾ ਹੈ, ਇਸ ਅਵਸਥਾ ਨੂੰ ਪ੍ਰਾਪਤ ਕਰ ਲੈਣਾ ਹੈ। ਜਦੋਂ ਮੈਂ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹਾਂ ਤਾਂ ਫਿਰ ਮੈਨੂੰ ਗਿਆਨ ਹੋ ਜਾਂਦਾ ਹੈ ਜੀਵਨ ਦਾ ਅਸਲ ਕੀ ਹੈ। ਮੈਂ ਕ੍ਰਿਸ਼ਨ ਮੂਰਤੀ ਨੂੰ ਸੁਣਦਾ ਸੀ ਉਸ ਦਿਨ। ਉਹ ਕਹਿੰਦਾ ਸੀ ਰੱਬ ਤਾਂ ਬਹੁਤ ਗਲਤ ਹੈ ਕਿ ਉਸਨੇ ਸਾਨੂੰ ਇਸ ਰਸਤੇ ਪਾਤਾ। ਇਹਨਾਂ ਨਰਕਾਂ ਦਾ ਜੀਵਨ ਅਸੀਂ ਭੋਗਦੇ ਹਾਂ। ਰੱਬ ਤਾਂ ਸਾਨੂੰ ਪ੍ਰੇਮ ਥੋੜੀ ਕਰਦਾ ਹੋਏਗਾ। ਪਰ ਜਿਹਨੂੰ ਅੰਤਰ ਦਾ ਪ੍ਰੇਮ ਦਾ ਗਿਆਨ ਹੋ ਗਿਆ, ਉਹਨੂੰ ਪਤਾ ਲੱਗ ਗਿਆ ਰੱਬ ਹੈ ਪ੍ਰੇਮ। ਕ੍ਰਿਸਚੈਨਿਟੀ ਵਿੱਚ ਕਹਿੰਦੇ ਲਵ ਇਜ਼ ਗੋਡ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੂੰ ਧਿਆਨ ਕਰ ਬਿਨਾ ਪ੍ਰੇਮ ਦੇ, ਕੋਈ ਮੁੱਲ ਨਹੀਂ ਹੈ। ਬਹਿਸ ਕਰ ਐਵੇਂ ਫਿਰਦਾ ਰਹੇ, ਨਾਹਤ ਫਿਰੋ ਲਿਓ ਸਾਤ ਸਮੁੰਦਰ। ਲੋਕ ਗਇਓ ਪਰ ਲੋਕ ਗਵਾਇਓ। ਕਾਦੇ ਲਈ ਤੂੰ ਆਏ ਇੱਥੇ? ਪ੍ਰੇਮ ਕਮਾਣ ਆਏ ਮਹਾਰਾਜ, ਸਦਾ ਲਈ ਪ੍ਰੇਮ ਕਮਾਣ ਆਏ। ਇਹ ਦੇਨ ਬਾਣੀ ਦੀ ਹੈ ਜੋ ਸਦਾ ਮਿਲਦਾ ਹੈ ਸਾਨੂੰ ਇੱਥੇ। ਕੁਝ ਸਮੇਂ ਲਈ ਨਹੀਂ ਮਿਲਦਾ ਹੈ, ਸਦਾ ਨਹੀਂ ਮਿਲੇਗਾ। ਐਸੇ ਚੀਜ਼ ਦਾ ਮੁੱਲ ਹੈ, ਜਿਹੜੀ ਚੀਜ਼ ਮੇਰੇ ਤੋਂ ਕੋਈ ਲੈ ਸਕਦਾ ਹੈ ਉਹ ਤਾਂ ਮੇਰੇ ਕੋਲ ਹੈ ਹੀ ਨਹੀਂ। ਉਹ ਤਾਂ ਸਮੇਂ ਦੀ ਗੱਲ ਹੈ, ਕਦੇ ਵੀ ਨਿਕਲ ਜਾਏਗੀ। ਐਸੇ ਤਰ੍ਹਾਂ ਮੇਰਾ ਸਰੀਰ ਹੈ, ਕਦੇ ਵੀ ਲਿਆ ਜਾ ਸਕਦਾ ਹੈ, ਤਾਂ ਮੇਰੇ ਕੋਲ ਹੈ ਹੀ ਨਹੀਂ ਦਰਅਸਲ। ਬਸ ਉਹ ਸਮਾਂ ਹੈ ਜਿਹਦੇ ਵਿੱਚ ਮੈਂ ਕੁਝ ਕਰ ਸਕਦਾ ਹਾਂ। ਸਰੀਰ ਛੁੱਟਣ ਤੋਂ ਪਹਿਲਾਂ ਮੈਂ ਆਪਣੇ ਪੈਰ, ਆਪਣੀ ਚਾਲ, ਆਪਣੀ ਨਿਗਾਹ, ਆਪਣੀ ਅਰਦਾਸ, ਆਪਣੀ ਕਾਲਿੰਗ, ਸਰਚਿੰਗ ਅੰਤਰ ਵੱਲ ਲੈ ਜਾਵਾਂ। ਮਹਾਰਾਜ ਗੁਰੂ ਨੂੰ ਪੁਕਾਰਦਾ ਰਵਾਂ, ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਉਸ ਹਰੀ ਦੀ ਕਥਾ ਵਿੱਚ ਮਨ ਜੁੜ ਜਾਏ ਤਾਂ ਦੁਨੀਆ ਤੋਂ ਫਿਰ
ਦੁਨੀਆ ਦੇ ਜੀਵਨ ਚੋਂ ਆਧਾਰ ਬਦਲ ਜਾਂਦਾ, ਫਾਊਂਡੇਸ਼ਨ ਬਦਲ ਜਾਏਗੀ ਮੇਰੀ। ਫਿਰ ਇਹ ਨਹੀਂ ਹੈ ਕਿ ਇਹ ਸੁੱਖ ਨਹੀਂ ਭੋਗਾਂਗਾ, ਮੈਂ ਇਹਨੂੰ ਭੋਗਾਂਗਾ, ਅਗਰ ਲੋੜ ਹੈ ਤਾਂ ਇਹ ਚੱਲੇਗਾ ਨਾਲ, ਪਰ ਇਹ ਮੇਰੀ ਦੁਨੀਆ ਦਾ ਆਧਾਰ ਨਹੀਂ ਰਹੇਗਾ। ਮੈਨੂੰ ਰਸ, ਜੀਵਨ ਦਾ ਰਸ ਜਿਹੜਾ ਹੈ, ਸਪੋਰਟ ਸਿਸਟਮ, ਜਿਸ ਨੂੰ ਕੋਪਿੰਗ ਮੈਕੈਨਿਜ਼ਮ ਵੀ ਕਹਿੰਦੇ ਹਨ ਸਾਈਕੋਲੋਜੀ ਵਿੱਚ, ਉਹ ਨਿਰੰਕਾਰ ਦੀ ਬਾਣੀ ਬਣੇਗਾ, ਨਾਮ ਬਣੇਗਾ। ਮਨ ਸੁਲਝੇਗਾ, ਕੌਂਪਲੀਕੇਸ਼ਨਸ, ਦੁੱਖਾਂ ਤੋਂ ਦੂਰ ਚਲਾ ਜਾਏਗਾ। ਅਸੀਂ ਐਸੇ ਰਸਤੇ ਜਾਣਾ ਹੈ। ਮਹਾਰਾਜ ਕਹਿੰਦੇ ਹਨ, ਸੁਖ ਮੰਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸਰਾਮ। ਇਹ ਨਾਮ ਕਿੱਥੇ ਬਸਦਾ ਹੈ ਮਹਾਰਾਜ? ਭਗਤ ਦੇ ਵਿੱਚ ਬਸਦਾ ਹੈ। ਆਪ ਜਦੋਂ ਭਗਤੀ ਵਿੱਚ ਉਤਰਦੇ ਹੋ, ਨਾਮ ਦੇ ਵਿੱਚ ਉਤਰਦੇ ਹੋ, ਤਾਂ ਆਪ ਦੇ ਮਨ ਵਿੱਚ ਵਸਦਾ ਹੈ। ਭਗਤ ਜਨਾ ਕੇ ਮਨ ਬਿਸਰਾਮ, ਤਾਂ ਮਨ ਬਿਸਰਾਮ ਵਿੱਚ ਆ ਜਾਂਦਾ ਹੈ। ਇਹ ਅੰਮ੍ਰਿਤ ਕਿੱਥੇ ਵਰਤਣਾ ਹੈ? ਆਪ ਦੇ ਮਨ ਵਿੱਚ ਵਰਤਣਾ ਹੈ। ਉਡੀਕ ਰਿਹਾ ਹੈ ਉਸ ਨੂੰ, ਪਰ ਇਹਦੀ ਲੋੜ ਹੈ ਮਨ ਨੂੰ ਥਿਰ ਕਰਨ ਦੀ, ਮਨ ਨੂੰ ਬਾਣੀ ਨਾਲ ਜੋੜਨ ਦੀ, ਪ੍ਰੇਮ ਨਾਲ ਬੁਲਾਉਣ ਦੀ ਗੁਰੂ ਨੂੰ। ਇਹ ਜਾਣਨ ਦੀ ਕਿ ਇਹ ਜੀਵਨ ਇੱਕ ਮੌਕਾ ਹੈ, ਇੱਕ ਅਵਸਰ ਹੈ। जिस वस्तु को लैन तू आया, राम नाम संतन कर पाया। एक वस्तु ਨੂੰ ਲੈਣ ਆਇਆ ਹੈ ਜੋ ਤੈਨੂੰ ਕੰਪਲੀਟ ਕਰੇਗੀ, ਮੈਨੂੰ ਕੰਪਲੀਟ ਕਰੇਗੀ। ਉਹ ਵਸਤੂ ਨਾਮ ਹੈ। ਉਹ ਮੇਰੇ ਅੰਤਰ ਮਨ ਦੀ ਇੱਕ ਅਵਸਥਾ ਹੈ ਜਿੱਥੇ ਮੈਂ ਹਉਮੈ ਤੋਂ ਪਰੇ ਚਲਾ ਜਾਂਦਾ। ਰਾਮ ਨਾਮ ਸੰਤਨ ਕਰ ਪਾਇਆ, ਆਪਣੇ ਘਰ ਵਿੱਚ ਪਾਇਆ ਉਸ ਨੂੰ। ਬਾਹਰ ਭਟਕਦਾ ਸੀ, ਦੁੱਖ ਹੀ ਮਿਲਦਾ ਸੀ। ਬਾਹਰ ਢੂੰਡਤ ਬਹੁਤ ਦੁੱਖ ਪਾਏ। ਕਦੇ ਇਹ ਵੀ ਆਸ ਕਰੀਏ ਇੱਕ ਦਿਨ ਉੱਠ ਕੇ ਹੋਰ ਕੁਛ ਨਾ ਕਰੀਏ, ਹਨੇਰੇ ਵਿੱਚ ਸਵੇਰੇ ਬੈਠ ਜਾਈਏ, ਮੂਲ ਮੰਤਰ ਵਿੱਚ ਗੁਰੂ ਨਾਨਕ ਨੂੰ ਪੁਕਾਰੀਏ। ਮਨ ਗੁਰ ਮਿਲ ਕਾਜ ਸਵਾਰੇ। ਮਨ ਦੇ ਕਾਜ ਸਵਾਰਦਾ ਹੈ ਮਹਾਰਾਜ, ਗੁਰੂ ਨੂੰ ਮਿਲ ਕੇ ਸਵਾਰਦਾ ਹੈ। ਮੈਂ ਇੱਕ ਇੱਕ ਕਾਰਜ ਸਵਾਰਨ ਨੂੰ ਲੱਗਿਆ ਹਾਂ। ਉਹ ਕਹਿੰਦਾ ਸਭੇ ਕਾਰਜ ਸਵਾਰੇ। ਸਾਰੇ ਹੀ ਜੀਵਨ ਦਾ ਜੋ ਤੱਤ ਹੈ, ਜਦ ਜੜ ਹੀ ਸੁਲਝ ਜਾਏ ਤਾਂ ਪੂਰਾ ਪੇੜ ਹਰਾ ਹੋ ਜਾਂਦਾ ਹੈ। ਇੱਕ ਇੱਕ ਪੱਤੇ ਨੂੰ ਹਰਾ ਨਹੀਂ ਕਰਨਾ ਪੈਂਦਾ। ਮਹਾਰਾਜ ਫਿਰ ਦੱਸਦੇ ਹਨ, ਮੰਗਲਾ ਚਰਨ, ਗੌੜੀ ਸੁਖਮਨੀ ਮਹਿਲਾ ਪੰਜਵਾਂ। ਗੌੜੀ ਰਾਗ ਵਿੱਚ ਦਰਜ ਹੈ ਮਹਾਰਾਜ। ਸੁਖਮਨੀ ਸਿਰਲੇਖ ਹੈ, ਹੈਡਿੰਗ ਹੈ। ਸ਼ਲੋਕ, ਇੱਕ ਓਮਕਾਰ ਸਤਿਗੁਰ ਪ੍ਰਸਾਦ। ਇਸ ਸਾਰੀ ਸ੍ਰਿਸ਼ਟੀ ਦਾ ਮਾਲਕ ਇੱਕ ਓਮਕਾਰ। ਸਮਝਣ ਵਾਸਤੇ ਇਹ ਨਾਮ ਵਰਤਿਆ। ਉਹਦੇ ਅਨੇਕ ਹੀ ਨਾਮ ਹਨ, ਅਣਗਿਣਤ ਨਾਮ ਹਨ। ਸਤਿਗੁਰੂ ਨੂੰ ਮਿਲ ਕੇ ਉਹਦਾ ਪ੍ਰਸਾਦ ਮਿਲਦਾ ਹੈ। ਮੇਰੀ ਹਉਮੈ ਤੋਂ ਨਹੀਂ ਮਿਲਦਾ ਇੱਕ ਓਮਕਾਰ, ਮੇਰੇ ਕਰਨ ਤੋਂ ਨਹੀਂ ਹੈ, ਮੇਰੇ ਨਾ ਕਰਨ ਤੋਂ ਹੈ, ਮੇਰੇ ਰਿਸੈਪਟਿਵ ਹੋਣ ਤੋਂ ਹੈ। ਮੈਂ ਗੁਰਪ੍ਰਸਾਦ ਦਾ ਭਾਗੀ ਬਣ ਜਾਵਾਂ, ਆਪਣੀ ਹਉਮੈ ਨੂੰ ਤਿਆਗ ਲਾਵਾਂ ਔਰ ਹਉਮੈ ਨੂੰ ਤਿਆਗ ਕੇ ਲੀਨ ਹੋ ਜਾਵਾਂ ਬਾਣੀ ਵਿੱਚ। ਗੁਰੂ ਦਾ ਪ੍ਰਸਾਦ ਵਰਤਦਾ ਹੈ। ਸਤਿਗੁਰ ਸਤ ਜੋ ਸਦਾ ਹੈ, ਗੁਰੂ ਜੋ ਹਨੇਰਾ ਮਿਟਾਉਂਦਾ ਹੈ, ਪ੍ਰਸਾਦ ਜੋ ਸਾਰੇ ਜੀਵਨ ਦੇ ਸੋਲੂਸ਼ਨ ਸੋਲਵ ਕਰ ਦਿੰਦਾ, ਸਾਰੀ ਪ੍ਰੋਬਲਮ ਸੋਲਵ ਕਰ ਦਿੰਦਾ। ਇੱਕ ਗਿਫਟ ਹੈ ਜੀਵਨ ਦਾ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਇਹ ਜਿਉ ਬਹੁਤੇ ਜਨਮ ਭਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ। ਗੁਰੂ ਨੇ ਸ਼ਬਦ ਸੁਣਾ ਦਿੱਤਾ ਹੈ, ਟੁੱਟੇ ਨੂੰ ਜੋੜ ਦਿੱਤਾ ਮਹਾਰਾਜ। ਇੱਕ ਕਥਾ ਹੈ,
ਮੁਗਲਾਂ ਨੇ ਇੱਕ ਸਿੱਖ ਦੇ ਬੱਚੇ ਨੂੰ ਪਕੜ ਲਿਆ। ਉਹ ਮਿਲਣ ਗਿਆ ਤਾਂ ਉਹਨਾਂ ਨੇ ਕਿਹਾ ਉਹ ਤਾਂ ਮੁਸਲਮਾਨ ਬਣਨ ਨੂੰ ਰਾਜ਼ੀ ਹੋ ਗਿਆ, ਉਹ ਤਾਂ ਹੁਣ ਇਸਲਾਮ ਕਬੂਲ ਕਰੇਗਾ। ਪਿਤਾ ਨੇ ਕਿਹਾ ਠੀਕ ਹੈ, ਮੈਨੂੰ 1 ਮਿੰਟ ਦਿਓ, ਮੈਨੂੰ ਉਸ ਨੂੰ ਮਿਲਣਾ ਹੈ ਬਸ। ਅਭਿਆਸੀ ਪੁਰਸ਼ ਸੀ ਪਿਤਾ, ਉਹਦੇ ਸ਼ਬਦ ਵਿੱਚ ਜ਼ੋਰ ਸੀ, ਉਹਦੇ ਕੰਨ ਵਿੱਚ ਵਾਹਿਗੁਰੂ ਸ਼ਬਦ ਕਿਹਾ ਹੈ ਬਸ। ਬੇਟੇ ਦਾ ਮਨ ਪਲਟ ਗਿਆ, ਜੁੜ ਗਿਆ, ਟੈਂਦੀ ਕਲਾ ਚੋਂ ਚੜ੍ਹਦੀ ਕਲਾ ਚਲਾ ਗਿਆ। ਸਦਾ ਦੇ ਜੀਵਨ ਨੂੰ ਦੇਖ ਲਿਆ, ਜਾਣ ਲਿਆ, ਜੋ ਉਜਲ ਹੋ ਰਿਹਾ ਸੀ, ਡਾਰਕਨੈਸ ਵਿੱਚ ਸੀ, ਜੋ ਮੇਰੇ ਔਰ ਤੁਹਾਡੇ ਜੀਵਨ ਵਿੱਚ ਹੁੰਦਾ ਹੈ। ਅਸੀਂ ਸਾਡੇ ਜੀਵਨ ਚੋਂ ਇਹ ਜੀਵਨ ਉਜਲ ਹੋ ਜਾਂਦਾ ਹੈ, ਸਾਨੂੰ ਇਹ ਦਿਖਦਾ ਨਹੀਂ ਹੈ ਕਿ ਜੀਵਨ ਦੇ ਵਿੱਚ ਹੈ ਕੀ। ਇਸ ਤਰ੍ਹਾਂ ਦਾ ਇੱਕ ਜੀਵਨ ਹੈ ਜੋ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸਲੀਅਤ ਜੀਵਨ ਦੀ ਕੀ ਹੈ। ਬਾਣੀ ਉਸ ਨੂੰ ਖੋਲਦੀ ਹੈ। ਕਠੋ ਉਪਨਿਸ਼ਦ ਦੀ ਇੱਕ ਕਥਾ ਹੈ ਪੁਰਾਣੀ। ਉਹ ਕਹਿੰਦਾ ਕਿ ਹਨੇਰਾ ਹੈ, ਕੁਝ ਜੋਤ ਜਗਾ, ਤਾਂ ਦੂਸਰਾ ਕਹਿੰਦਾ ਜੋਤ ਨਹੀਂ ਹੈ। ਕਹਿੰਦਾ ਫਿਰ ਚਾਹ ਤੋਂ ਲੱਕੜ ਲਿਆ, ਉਹਨੂੰ ਜਲਾਈਏ। ਕਹਿੰਦਾ ਲੱਕੜ ਵੀ ਨਹੀਂ ਹੈ। ਕਹਿੰਦਾ ਫਿਰ ਘਾਸ ਲਿਆ, ਘਾਹ ਨੂੰ ਜਲਾ ਦਈਏ। ਕਹਿੰਦਾ ਘਾਹ ਵੀ ਨਹੀਂ ਹੈ। ਕਹਿੰਦਾ ਫਿਰ ਕੁਝ ਵੀ ਨਹੀਂ ਹੈ, ਤਾਂ ਫਿਰ ਜੋਤ ਕੀ ਹੈ? ਉਹ ਕਹਿੰਦਾ ਤੂੰ ਬੋਲ, ਮੈਂ ਤੈਨੂੰ ਸੁਣਾਂਗਾ, ਤੇਰੀ ਬਾਣੀ ਜੋਤ ਬਣੇਗੀ। ਤਾਂ ਹਨੇਰੇ ਵਿੱਚ ਸ਼ਬਦ ਜੋਤ ਬਣਦਾ ਹੈ। ਜਦੋਂ ਅਸੀਂ ਬੱਚੇ ਹੋ ਕੇ ਖੇਡਦੇ ਸੀ ਤਾਂ ਮੈਂ ਜਿੱਥੇ ਹਾਂ ਮੈਂ ਪੁਕਾਰਦਾ ਸੀ ਤੇ ਜਾਣਦੇ ਸੀ ਦੁਨੀਆ ਮੈਂ ਕਿੱਥੇ ਹਾਂ। ਹਨੇਰੇ ਵਿੱਚ ਸ਼ਬਦ ਜੋਤ ਹੈ। ਮੇਰਾ ਮਨ ਹਨੇਰੇ 'ਚ ਹੈ ਮਹਾਰਾਜ, ਔਰ ਮੈਂ ਸ਼ਬਦ ਨਾਲ ਜੁੜ ਕੇ ਜੋਤ ਨੂੰ ਪ੍ਰਗਟ ਕਰ ਦਿੰਦਾ ਮਨ ਵਿੱਚ। ਮਹਾਰਾਜ ਕਹਿੰਦੇ ਨੇ ਫਿਰ ਸ਼ਲੋਕ, ਆ ਏਕ ਓਮਕਾਰ ਸਤਿਗੁਰ ਪ੍ਰਸਾਦ, ਆਦ ਗੁਰੇ ਨਮਹਿ। ਆਦ ਜਦੋਂ ਕੁਝ ਵੀ ਨਹੀਂ ਸੀ, ਸਮਾਂ ਨਹੀਂ ਸੀ, ਨਿਰੰਕਾਰ ਸੀ, ਉਸ ਨੂੰ ਨਮੇ ਨਮਸਕਾਰ ਹੈ। ਗੁਰੇ ਸ਼ਬਦ ਤੋਂ ਗੁਰੂ ਦੇ 3 ਦਰਸ਼ਨ ਹਨ ਮਹਾਰਾਜ। ਗੁਰੂ ਨਿਰੰਕਾਰ ਹੈ, ਗੁਰੂ ਗ੍ਰੰਥ ਸਾਹਿਬ ਜੀ ਔਰ ਖਾਲਸਾ। ਇਹ ਤਿੰਨ ਫੇਜ਼ਸ ਹਨ, ਪਲੇਨਸ ਹਨ ਗੁਰੂ ਦੇ। ਮਹਾਰਾਜ ਕਹਿੰਦੇ ਨੇ ਆਦ ਗੁਰੇ ਨਮੇ ਸਤਿਗੁਰੇ ਨਮੇ। ਸੱਚਾ ਗੁਰੂ ਜੋ ਸਦਾ ਗੁਰੂ ਹੈ, ਉਸ ਨੂੰ ਨਮਸਕਾਰ, ਜੋ ਸਮੇਂ ਤੋਂ ਪਾਰ ਹੈ, ਕਾਲ ਰਹਿਤ ਹੈ। ਜੁਗਾਦ ਗੁਰੇ ਨਮੇ। ਜੁਗ ਜਦੋਂ ਬਣ ਗਏ, ਸਮਾਂ ਬਣ ਗਿਆ, ਉਹਦਾ ਜੋ ਗੁਰੂ ਹੈ ਉਹ ਇੱਕੋ ਹੀ ਹੈ ਸਾਰਾ। ਇਹ ਸਾਰੀ ਸ੍ਰਿਸ਼ਟੀ ਵਿੱਚ ਸਮੇਂ ਔਰ ਸਥਾਨ ਤੋਂ ਪਰੇ ਇੱਕ ਹੀ ਗੁਰੂ ਹੈ। ਨਿਰੰਕਾਰ ਏਕ ਓਮਕਾਰ ਗੁਰੂ ਹੈ। ਉਹਦਾ ਪ੍ਰਗਟਾਵਾ ਫਿਜ਼ੀਕਲ ਗੁਰੂ ਵਿੱਚ ਆਉਂਦਾ ਹੈ। ਉੱਥੋਂ ਸਾਨੂੰ ਫਿਰ ਮੌਕਾ ਮਿਲਦਾ ਹੈ ਜੁੜਨ ਦਾ। ਜੁਗਾਦ ਗੁਰੇ ਨਵੇਂ। ਸਮੇਂ ਦੇ ਅੰਦਰ ਜੋ ਗੁਰੂ ਹੈ, ਯੁੱਗ ਜਦੋਂ ਬਣ ਗਏ, ਉਹਨੂੰ ਵੀ ਨਮਸਕਾਰ ਹੈ ਮਹਾਰਾਜ। ਨਮਸਕਾਰ ਕੀ ਮਤਲਬ ਹੁੰਦਾ ਹੈ ਹਜ਼ੂਰ? ਆਪਣੇ ਆਪ ਨੂੰ ਅਰਪਣ ਕਰ ਦੇਣਾ ਨਮਸਕਾਰ ਹੈ। ਨਮਸਕਾਰ ਦਾ ਅਰਥ ਹੈ ਮੈਂ ਆਪ ਵਰਗਾ ਬਣਨਾ ਚਾਹੁੰਦਾ ਹਾਂ, ਮੈਨੂੰ ਆਪਣੇ ਵਰਗਾ ਬਣਾ ਲਓ। ਮੇਰੀ ਮੈਂ ਨੂੰ ਹਟਾ ਕੇ ਤੂੰ ਵਿੱਚ ਲੈ ਆਓ ਮਹਾਰਾਜ। ਮੈਂ ਇੰਪਰਫੈਕਟ ਹਾਂ, ਮੈਂ ਦੁੱਖ ਵਿੱਚ ਹਾਂ, ਮੈਂ ਭਟਕਦਾ ਹਾਂ, ਮੈਂ ਹਨੇਰੇ ਵਿੱਚ ਹਾਂ, ਮੈਨੂੰ ਪ੍ਰਕਾਸ਼ ਵਿੱਚ, ਆਨੰਦ ਵਿੱਚ, ਜੋਤ ਵਿੱਚ, ਪਰਫੈਕਸ਼ਨ ਵਿੱਚ ਲੈ ਜਾਓ ਮਹਾਰਾਜ। ਨਮਸਕਾਰ ਹੈ। ਆਪ ਹੋ, ਮੈਂ ਨਹੀਂ ਹਾਂ, ਇਹ ਹੈ ਨਮਸਕਾਰ ਦਾ ਅਰਥ।
बुजुर्ग कहते सन जिसने मत्था टेकना जान लिया वो सब कुछ ले सकता है, क्योंकि चुकण नाल ही मिलता है। जिवें पानी नीवीं थावां नूं वरत जांदा है, इवें किरपा गुर प्रसाद नीवियां नूं मिलदी है, आकड़ के जान नाल नहीं मिलती है। डायोजनीस की कथा याद है सानू, सतगुर है नमें, श्री गुरुदेव है नमें। उन्होंने आदर नाल पुकारदा है, प्रेम नाल पुकारदे हन गुरु। सतगुरु सतगुरे नमें, श्री गुरुदेव है नमें। इस सृष्टि दे मालक निरंकार नूं नमस्कार है। मैनू अपना ज्ञान बख्शो महाराज, मैनू अवस्था जीवन दी बख्शो, मैनू वो अवस्था जीवन दी बख्शो जिहदे नाल मैनू ज्ञान हो जाए। मैनू असलियत दिख जाए जीवन दी की है। मैं आप सब दा धन्नवाद करदा। गुरु अर्जन साहब महाराज दा धन्नवाद, कोटान कोट धन्नवाद है। गुरु ग्रंथ साहब जी, सब गुरु साहिबान दा धन्नवाद है कि मौका मिलिया है महाराज सानू बाणी दे दर्शन करन दा। इस बाणी विचों सानू जीवन दा तत्त मिलेगा, जीवन दा ज्ञान मिलेगा, की जीवन है वो पता लगेगा। एक कृपा है महाराज, गुर कृपा जै नर को कीनी, तय है जुगत पछानी। नानक लीन पयो गोबिंद सिंह, जो पानी संग पानी। इस मन नूं किवें लीन करना है शब्द नाल। गुरु अर्जन साहब महाराज नाल रामसर ते अज बैठ के हुण कुछ चिर असी विचारांगे, 24 अष्टपदियां नूं विचारांगे महाराज। अगले हफ्ते तो इस बाणी की डूंघाई च उतरांगे, सानू कुछ ज्ञान होए, नाम दा अभ्यास होए महाराज। जीवन दे सत नूं जी के ही पता लगता है जीवन की है, इमेजिनेशन नाल नहीं पता लगता। असी इमेजिन कर सकते हैं निरंकार हर जगह है, पर उहदे नाल गल नहीं बनती है। निरंकार हर जगह है, इनू जान लेना है, वो गुर प्रसाद नाल जान पावांगे। महाराज कहते सतगुर मिलिए दिव दृष्ट होई। गुरु मिलेगा तो दृष्टि मिलेगी, ज्ञान मिलेगा जीवन की है। आप सब दा बहुत धन्यवाद है, आप दा बहुत बहुत धन्यवाद। वाहिगुरु जी का खालसा, वाहिगुरु जी की फतेह।